ਵੈਲਕਮ ਮਾਈ ਡੀਅਰ ਸਟੂਡੈਂਟਸ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਲੈਟਸ ਲਰਨ ਵਿਦ ਈਜ਼ੀ ਟ੍ਰਿਕਸ 'ਤੇ। ਬੇਟਾ ਆਪਾਂ ਕਰ ਰਹੇ ਹਾਂ ਟਰਮ 1 ਦੀ ਤਿਆਰੀ। ਇਸੇ ਦੇ ਲਈ ਆਪਾਂ ਰਿਵੀਜ਼ਨ ਟੈਸਟ ਪੇਪਰ ਨੰਬਰ 2 ਜੋ ਕਿ ਪੰਜਾਬ ਐਜੂਕੇਅਰ ਐਪ 'ਤੇ ਹੈ ਉਸ ਦੀ ਰਿਵੀਜ਼ਨ ਕਰਾਂਗੇ। ਟਾਈਮ 90 ਮਿੰਟਸ, ਕੁੱਲ ਮਾਰਕਸ ਜਿਹੜੇ ਨੇ ਉਹ ਹੈਗੇ ਨੇ 40। ਸਾਰੇ ਦੇ ਸਾਰੇ ਕੁਐਸਚਨਸ ਹੈਗੇ ਨੇ ਬੇਟਾ ਜ਼ਰੂਰੀ ਅਤੇ ਆਉਣਗੇ ਕਿਵੇਂ MCQs। ਠੀਕ ਹੈ ਜੀ, ਤਾਂ ਆਪਾਂ ਸ਼ੁਰੂ ਕਰਦੇ ਹਾਂ ਆਪਣਾ मॉडल टेस्ट पेपर नंबर 2। फस्ट क्वेश्चन है बच्चे 1/2 का गुणात्मक उल्ट की है? मल्टीप्लीकेटिव इनवर्स ऑफ 1/2। जे 1/2 का मल्टीप्लीकेटिव इनवर्स पूछा तो बेटा वो होगा 2/1 क्योंकि इन्हों का ही आंसर कितना बनूगा 1। तो 1 की है बेटा मल्टीप्लीकेटिव आइडेंटिटी, गुणात्मक तत्समक। तो की समझ आया बच्चे? 1/2 का गुणात्मक उल्ट की होगा 2। अगला क्वेश्चन है गुणनफल 1 प्राप्त करने लई सानू 8/21 नूं डैश नाल गुणा करना चाहिए है। टू गैट द प्रोडक्ट 1 वी शुड मल्टीप्लाई 8/21 बाय। तो 1 प्राप्त करना है बेटा आपां ने, तो 8/21 नूं किहदे नाल गुणा करना पऊगा? उसदे गुणात्मक उल्ट नाल 21/8 नाल। फिर ही कट के जिहड़ा अपना आंसर है वो कितना आएगा 1। तो किहदे नाल गुणा करना पएगा बेटा 21/8 नाल। अगला क्वेश्चन 1/2 ਅਤੇ 3/4 ਦੇ ਵਿਚਕਾਰ ਪਰਿਮੇय ਸੰਖਿਆ ਕਿਹੜੀ ਹੈ? ਅ ਰੈਸ਼ਨਲ ਨੰਬਰ ਬਿਟਵੀਨ 1/2 ਐਂਡ 3/4। ਤਾਂ ਇਹਦਾ ਤਰੀਕਾ ਕੀ ਹੈ ਬੇਟਾ? ਜੇ ਆਪਾਂ ਨੇ ਇੱਕੋ ਹੀ ਪਰਿਮੇय ਸੰਖਿਆ ਕੱਢਣੀ ਹੈ ਦੋ ਪਰਿਮੇय ਸੰਖਿਆਵਾਂ ਦੇ ਵਿਚਕਾਰ ਜਾਂ ਦੋ ਸੰਖਿਆਵਾਂ ਦੇ ਵਿਚਕਾਰ, ਤਾਂ ਉਹਨਾਂ ਨੂੰ ਜੋੜਨਾ ਅਤੇ ਬਟੇ 2 ਲਿਖ ਦੇਣਾ। ਠੀਕ ਹੈ, ਜਿਵੇਂ ਆਪਾਂ ਨੇ A ਅਤੇ B ਦੇ ਵਿਚਾਲੇ ਆਪਾਂ ਨੇ ਲੱਭਣਾ ਹੈ ਕਿ ਕੋਈ ਪਰਿਮੇय ਸੰਖਿਆ, ਤਾਂ ਇਹਨਾਂ ਦਾ +/2। ਠੀਕ ਹੈ, ਤਾਂ ਆਪਾਂ ਇਹਨਾਂ ਨੂੰ ਸੋਲਵ ਕਰਦੇ ਹਾਂ। ਬਟਰਫਲਾਈ ਮੈਥਡ ਲਗਾਓ। 4 + 6/8 ਸਭ ਦੇ ਓਵਰ ਕਿੰਨਾ 2। ਤਾਂ ਇਹ ਆ ਜਾਊਗਾ ਬੇਟਾ ਆਪਣੇ ਕੋਲ 10/8 × 2 ਕਿਉਂਕਿ ਜਿਹੜਾ ਇਹ ਵਾਲਾ 2 ਹੈ ਇਹ 1/2 ਹੋ ਗਿਆ ਨਾ। ਜਦੋਂ ਇਹਨਾਂ ਆਪਾਂ ਉੱਪਰ ਲੈ ਕੇ ਜਾਵਾਂਗੇ ਰੈਸੀਪ੍ਰੋਕਲ ਹੋ ਜਾਏਗਾ 1/2 ਹੋ ਜਾਏਗਾ। ਠੀਕ ਹੈ, ਕਟਾਓ ਬੱਚੇ ਇਹਨੂੰ। ਕਿੰਨਾ ਆ ਗਿਆ 5/8। ਤਾਂ ਕਿਹੜੀ ਸੰਖਿਆ ਹੈ ਜਿਹੜੀ 1/2 ਅਤੇ 3/4 ਦੇ ਵਿਚਕਾਰ ਹੈ? 5/8। ਅਗਲਾ ਕੁਐਸਚਨ ਸਮੀਕਰਨ ਦਿੱਤੀ ਹੋਈ ਹੈ ਇੱਕ, ਕਹਿੰਦੇ ਕਿਸ ਦੇ ਬਰਾਬਰ ਹੈ? ਵਿਚ ਆਫ ਥੀਸ ਇਜ਼ ਇਕੁਅਲੈਂਟ ਫॉर ਦਿਸ। ਤਾਂ ਬੇਟਾ ਇਹ ਕੀ ਹੈ? ਬਾਹਰ ਮਲਟੀਪਲਾਈ ਦਾ ਸਾਈਨ ਹੈ, ਬ੍ਰੈਕਟ ਦੇ ਅੰਦਰ ਪਲੱਸ ਦਾ ਸਾਈਨ ਹੈ। ਤਾਂ ਆਪਾਂ ਬ੍ਰੈਕਟ ਖੋਲ੍ਹਣੀ ਹੈ। ਦੇਖੋ 16/9 ਨੂੰ ਮਲਟੀਪਲਾਈ ਕਿਹਦੇ ਨਾਲ ਕਰਨਾ ਹੈ ਬੱਚੇ? 5/7 ਨਾਲ। ਫਿਰ ਇਹਨੂੰ ਬਾਹਰਲੇ ਨੂੰ ਅੰਦਰਲੇ ਨਾਲ ਦੂਸਰੇ ਨਾਲ ਵੀ ਗੁਣਾ ਕਰਨਾ ਹੈ। ਕਿਸ ਦੀ ਨਿਸ਼ਾਨੀ ਹੈ? ਪਲੱਸ ਦੀ। 16/9 ਮਲਟੀਪਲਾਈ 13/4। ਤਾਂ ਦੇਖੋ ਇਹ ਇਸ ਤਰ੍ਹਾਂ ਦਾ ਕਿੱਥੇ ਲਿਖਿਆ ਹੋਇਆ? ਫਸਟ ਆਪਸ਼ਨ ਤੋਂ ਨਹੀਂ ਹੈ, ਸੈਕਿੰਡ ਨੋ, ਥਰਡ ਦੇਖੋ ਕੁਛ ਮਿਲਦੀ ਲੱਗ ਰਹੀ ਹੈ, ਆਪਾਂ ਮਿਲਾਉਂਦੇ ਹਾਂ। 16/9 ਗੁਣਾ 5/7 ਪਲੱਸ ਦਾ ਸਾਈਨ ਹੈਗਾ 16/9 ਗੁਣਾ 13। ਯੈਸ, ਇਹ ਆਪਣੇ ਕੋਲ ਆ ਗਈ ਥਰਡ ਆਪਸ਼ਨ। ਦੇਖੋ ਚੌਥੀ ਵੀ ਤਕਰੀਬਨ ਇਸ ਤਰ੍ਹਾਂ ਦੀ ਲੱਗ ਰਹੀ ਹੈ, ਪਰ ਇਹਨੇ ਸਾਰੇ ਦੇ ਸਾਰੇ ਸਾਈਨ ਕਿਸ ਦੇ ਵਰਤੇ ਹੈ? ਮਲਟੀਪਲਾਈ ਦੇ, ਤੋਂ ਇਸ ਕਰਕੇ ਇਹ ਨਹੀਂ ਹੋ ਸਕਦੀ। ਕਲੀਅਰ ਹੋ ਗਿਆ ਬੇਟਾ? ਨੈਕਸਟ ਇਹਦੇ ਵਿੱਚ ਹੈ ABCD ਇੱਕ ਆਇਤ ਹੈ। ABCD ਇਜ਼ ਅ ਰਿਕਟੈਂਗਲ। ਇਟਸ ਡਾਇਗਨਲ ਮੀਟ ਐਟ O। ਇਹਦੇ ਡਾਇਗਨਲ O 'ਤੇ ਮਿਲ ਰਹੇ ਨੇ। ਆਪਾਂ ਨੂੰ ਇੱਕ OA ਅਤੇ ਇੱਕ OD ਦੀ ਵੈਲਿਊ ਵੀ ਗਿਵਨ ਹੈ। ਤਾਂ X ਦਾ ਮੁੱਲ ਪਤਾ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਬੇਟਾ ਜੀ ਆਇਤ ਦੇ ਵਿਕਰਨ ਦੇ ਰੂਲਸ ਯਾਦ ਰੱਖੋ। ਦੋਨੋਂ ਕੀ ਹੁੰਦੇ ਨੇ ਆਪਸ 'ਚ? ਬਰਾਬਰ। ਅਤੇ ਇੱਕ ਦੂਜੇ ਨੂੰ ਕੀ ਕਰਦੇ ਨੇ? ਬਾਈਸੈਕਟ। ਜੇ ਬਰਾਬਰ ਨੇ ਅਤੇ ਇੱਕ ਦੂਜੇ ਨੂੰ ਅੱਧ ਵੀ ਕਰਦੇ ਨੇ ਤਾਂ ਇਹ ਦੋਨੋਂ ਜਿਹੜੇ ਹਿੱਸੇ ਨੇ ਅੱਧੇ ਅੱਧੇ ਆਪਸ 'ਚ ਬਰਾਬਰ ਹੋਣੇ ਚਾਹੀਦੇ ਨੇ। ਤਾਂ ਮੈਂ ਇਹਨਾਂ ਨੂੰ ਇਕੁਅਲ ਲਿਖ ਲਿਆ। तो एक्स वाले पासे आप एक्स वाली रकम ले आए, नैगेटिव होके आएगी, तो माइनस का 2 है जोड़ा आप राइट साइड पर लै जाएंगे, प्लस होके जाएगा। ठीक है जी। 3x चों 2x घटावांगे 1x रह गया, 2 दे विचों 1 घटावांगे 1 रह गया। तो x की वैल्यू बेटा जी कितनी आ गई? 1। क्लीयर होगा जी? तो होएगा यह जे आपां नूं आयत के रूल्स पता होणगे। एक चतुर्भुज के दो लागवें कोणों का माप 130 डिग्री और 40 डिग्री है। बाकी दे दो कोणों का जोड़ पता करो।
Two adjacent angles of a quadrilateral measure 130 degrees and 40 degree. The sum of the remaining two angles. ਤਾਂ ਬੱਚੇ ਆਪਾਂ ਨੂੰ ਪਤਾ ਹੈ ਜੋ ਚਤਰਭੁਜ ਹੈ ਜਾਂ ਕੁਆਡਰੀਲੇਟਰਲ ਹੈ ਉਹਦੇ ਚਾਰੇ ਦੇ ਚਾਰੇ ਕੋਣਾਂ ਦਾ ਜੋੜ ਕਿੰਨਾ ਹੋਏਗਾ 360। ਦੋ ਕੋਣਾਂ ਦਾ ਜੋੜ ਇਹਨੇ ਦੇਤਾ 130 ਅਤੇ 40। ਆਪਾਂ ਇਹਨਾਂ ਨੂੰ ਜੋੜ ਲਾਂਗੇ, ਕਿੰਨਾ ਬਣ ਗਿਆ ਜੀ 170। ਬਾਕੀ ਦੋ ਕੋਣਾਂ ਦਾ ਜੋੜ ਪੁੱਛਿਆ, ਆਪਾਂ 360 ਦੇ ਵਿੱਚੋਂ 170 ਨੂੰ ਘਟਾ ਦਾਂਗੇ, ਬਾਕੀ ਦੋ ਕੋਣਾਂ ਦਾ ਜੋੜ ਆ ਜਾਏਗਾ। ਦੇਖੋ 0 ਚੋਂ 0 ਘਟਾਏ 0 ਹੀ ਆਣਗੇ, 6 ਚੋਂ 7 ਨਹੀਂ ਘਟਦੇ, ਆਪਾਂ ਇਹ ਤੋਂ ਇੱਕ ਹਸਲ ਲੈ ਲਾਂਗੇ। 16 ਦੇ ਵਿੱਚੋਂ 7 ਘਟਾਵਾਂਗੇ 9, 2 ਦੇ ਵਿੱਚ 1 ਘਟਾਵਾਂਗੇ 1, ਤਾਂ ਕਿੰਨਾ ਹੋਊਗਾ ਬਾਕੀ ਦੋ ਕੋਣਾਂ ਦਾ ਜੋੜ 190। ਕਲੀਅਰ ਹੋ ਗਿਆ ਜੀ। ਨੈਕਸਟ ਕੁਐਸਚਨ, n ਭੁਜਾਵਾਂ ਵਾਲੇ ਇੱਕ ਸਮ ਬਹੁਭੁਜ ਵਿੱਚ ਹਰੇਕ ਅੰਦਰੂਨੀ ਕੋਣ ਦਾ ਮਾਪ ਕਿੰਨਾ ਹੁੰਦਾ? ਇਫ ਇਨ ਅ ਰੈਗੂਲਰ ਪੋਲੀਗਨ ਆਫ n ਸਾਈਡਸ ਦ ਮੈਜਰ ਆਫ ਈਚ ਇੰਟਰਨਲ ਐਂਗਲ। ਤਾਂ ਇੰਟਰਨਲ ਐਂਗਲਸ ਦਾ ਸਮ, ਦੇਖੋ ਜੀ ਅੰਦਰਲੇ ਕੋਣਾਂ ਦਾ ਜੋੜ, ਕਿਸੇ ਵੀ ਬਹੁਭੁਜ ਦੇ ਅੰਦਰਲੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਬੇਟਾ? ਆਪਾਂ ਫਾਰਮੂਲਾ ਯਾਦ ਕੀਤਾ ਹੋਇਆ n - 2 ਗੁਣਾ 180। ਅਤੇ ਜੇ ਉਹ n ਅੰਦਰਲੇ ਕੋਣਾਂ ਦਾ ਜੋੜ ਹੈ ਤਾਂ ਆਪਾਂ ਇੱਕ ਅੰਦਰਲਾ ਕੋਣ ਕੱਢਣਾ, ਹਰੇਕ ਅੰਦਰਲਾ ਕੋਣ ਹੈ ਨਾ। ਤਾਂ ਹਰੇਕ ਅੰਦਰਲਾ ਕੋਣ ਬਰਾਬਰ ਹੋਊਗਾ ਬੇਟਾ, ਜਿਹੜੀ ਇਹ ਵੈਲਿਊ ਹੈ n - 2 ਗੁਣਾ 180, ਇਹਦੇ ਬਟੇ ਕੀ ਆ ਜਾਏਗਾ n। ਤਾਂ ਇਸ ਤਰ੍ਹਾਂ ਦੀ ਆਪਸ਼ਨ ਦਿਖ ਰਹੀ ਹੈ? ਨਹੀਂ, ਕਿਸੇ 'ਚ ਵੀ ਮੈਨੂੰ 180 ਨਹੀਂ ਦਿਖ ਰਿਹਾ, ਤਾਂ ਆਪਾਂ ਇਹਨੂੰ ਥੋੜ੍ਹਾ ਹੋਰ ਸੋਲਵ ਕਰਦੇ ਹਾਂ। n - 2 ਜਿਹੜਾ 180 ਹੈ ਉਹਨੂੰ ਮੈਂ 2 ਗੁਣਾ 90 ਲਿਖਦੀ ਹਾਂ, ਕਿਉਂਕਿ ਮੈਨੂੰ 90 ਜਿਹੜਾ ਕੋਣ ਹੈ ਉਹ ਕਈ ਆਪਸ਼ਨਸ 'ਚ ਦਿਖ ਰਿਹਾ। ਓਵਰ ਕਿੰਨਾ n। ਹੁਣ ਇਸ 2 ਨੂੰ ਅੰਦਰ ਮਲਟੀਪਲਾਈ ਕਰ ਦਿਓ ਬ੍ਰੈਕਟ ਦੇ ਅੰਦਰ, 2n - 4 ਇੰਟੂ 90 ਓਵਰ n। ਕਿਹੜੀ ਆਪਸ਼ਨ 'ਚ ਦਿਖ ਰਿਹਾ? ਸੈਕਿੰਡ ਆਪਸ਼ਨ 'ਚ। ਤਾਂ ਇਹ ਹੈਗਾ ਬੇਟਾ ਤੁਹਾਡਾ ਈਚ ਇੰਟਰਨਲ ਐਂਗਲ। ਇਹ ਜੇ ਸਮ ਬਹੁਭੁਜ ਦਾ ਜਿਹਦੀਆਂ ਭੁਜਾਵਾਂ ਕਿੰਨੀਆਂ ਨੇ n। ਕਲੀਅਰ ਹੋ ਗਿਆ ਰਾਜੇ ਇਹ ਕੁਐਸਚਨ। ਨੈਕਸਟ ਦੇਖੋ, ਇੱਕ ਸਮ ਬਹੁਭੁਜ ਦੀਆਂ ਭੁਜਾਵਾਂ ਦੀ ਸੰਖਿਆ ਪਤਾ ਕਰੋ ਜਿਸ ਦਾ ਹਰੇਕ ਬਾਹਰੀ ਕੋਣ ਕਿੰਨਾ ਹੈ 45। ਨੰਬਰ ਆਫ ਸਾਈਡਸ ਆਫ ਅ ਰੈਗੂਲਰ ਪੋਲੀਗਨ whose each exterior angle has a measure of 45 degree। ਤੇ ਬੇਟਾ ਭੁਜਾਵਾਂ ਦੀ ਸੰਖਿਆ ਪੁੱਛੀ ਹੈ, ਬਾਹਰਲੇ ਕੋਣ ਦਾ ਮਾਪ ਦਿੱਤਾ ਹੋਇਆ। ਫਾਰਮੂਲਾ ਕੀ ਹੈ? ਭੁਜਾਵਾਂ ਦੀ ਸੰਖਿਆ यानी कि नंबर ऑफ साइड्स इज इक्वल टू 360 डिग्रीज ओवर ईच एक्सटीरियर एंगल। हरेक बाहरला कोण जिहड़ा कि दिता होया 45 डिग्री। तो इनू कटा लो बच्चे। देखो पहला 9 के टेबल ते कट गए, फिर 5 के टेबल ते कट गए, तो किन्नियां भुजावां आ रही ने अपने कोले 8। तो यदा किन्ना आंसर आएगा राजे 8। अगला क्वेश्चन है, जेकर एक समांतर चतुर्भुज है ABCD, ਉਹਦੇ ਵਿੱਚ ਹੁਣ ABCD ਲਾਈਨ ਵਾਈਜ਼ ਲਿਖ ਲੈਂਦੇ ਹਾਂ। ਇਹਦੇ ਵਿੱਚ ਕਹਿੰਦੇ ਜੇ A ਕੋਣ 60 ਡਿਗਰੀ ਹੈ ਤਾਂ ਇਸ ਦਾ ਸਨਮੁਖ ਕੋਣ C ਕਿੰਨੇ ਡਿਗਰੀ ਦਾ ਹੋਊਗਾ? ਤਾਂ ਐਜ਼ ਵੀ ਆਲ ਨੋ ਕਿ ਜੇ ਉਹ ਪੈਰਲੋਗ੍ਰਾਮ ਹੈ ਤਾਂ ਉਸਦੇ ਆਪੋਜ਼ਿਟ ਐਂਗਲਸ ਕੀ ਹੁੰਦੇ ਨੇ? ਆਲਵੇਜ਼ ਇਕੁਅਲ। ਜੇ A 60 ਹੈ ਤਾਂ ਉਸਦਾ ਆਪੋਜ਼ਿਟ ਐਂਗਲ C ਉਹ ਵੀ ਕਿੰਨਾ ਹੋਏਗਾ 60। ਤਾਂ ਇਹਦਾ ਆਂਸਰ ਆਊਗਾ ਫਸਟ ਆਪਸ਼ਨ 60। ਇੱਕ ਵਰਗ ਦੀ ਭੁਜਾ ਦੀ ਲੰਬਾਈ ਪਤਾ ਕਰੋ ਜਿਸ ਦਾ ਖੇਤਰਫਲ 100 ਸੈਂਟੀਮੀਟਰ ਸਕੁਅਰ ਹੈ। ਫਾਈਂਡ ਦ ਲੈਂਥ ਆਫ ਦ ਸਾਈਡਸ ਆਫ ਏ ਸਕੁਅਰ ਹੂਜ਼ ਏਰੀਆ ਇਜ਼ 100 ਸੈਂਟੀਮੀਟਰ। ਤਾਂ ਬੇਟਾ ਜੇ ਵਰਗ ਦਾ ਜਿਹੜਾ ਖੇਤਰਫਲ ਹੈ ਉਹ 100 ਹੈ, ਤਾਂ ਮਤਲਬ ਇਹ ਸਾਈਡ ਮਲਟੀਪਲਾਈ ਸਾਈਡ 100 ਹੈ। ਤਾਂ ਆਪਾਂ ਇੱਧਰ ਵੀ 100 ਨੂੰ ਦੇਖਣਾ ਵੀ ਉਹ ਕਿਹੜੀ ਕਿਹਦਾ ਵਰਗ ਬਣਦਾ। 10 ਨੂੰ 10 ਨਾਲ ਗੁਣਾ ਕਰਕੇ 100 ਬਣਦਾ। ਤਾਂ ਇਹਦੀ ਭੁਜਾ ਕਿੰਨੀ ਹੋਊਗੀ ਬੇਟਾ 10 ਸੈਂਟੀਮੀਟਰ। ਜਾਂ ਆਪਾਂ ਇਹਨੂੰ ਇੱਕ ਹੋਰ ਭਾਸ਼ਾ 'ਚ ਕਹੀਏ ਕਿ ਐਸ ਦਾ ਸਕੁਅਰ ਸੀਗਾ ਜਿਹੜਾ ਉਹ 100 ਸੀ। ਜੇ ਐਸ ਕੱਢਣਾ ਤਾਂ ਆਪਾਂ 100 ਦਾ ਵਰਗ ਮੂਲ ਕੱਢਣਾ। ਠੀਕ, ਤਾਂ ਵਰਗ ਮੂਲ ਜਦੋਂ ਕੱਢਾਂਗੇ, ਇੱਥੇ ਮੈਂ ਇੱਕ ਹੋਰ ਰੂਲ ਦੱਸਦੀ ਹਾਂ ਵੀ ਇਹ ਵਰਗ ਮੂਲ ਦਾ ਸਾਈਨ ਆਇਆ ਕਿਵੇਂ। ਐਸ ਦੇ ਉੱਪਰੋਂ ਜੇ ਸਕੁਅਰ ਹਟਾਉਂਦੇ ਆ ਬੇਟਾ ਤਾਂ ਦੂਜੇ ਪਾਸੇ ਜਿਹੜੀ ਪਾਵਰ ਹੈ ਉਹ ਆਪੋਜ਼ਿਟ ਹੋ ਕੇ ਜਾਂਦੀ ਹੁੰਦੀ ਹੈ। ਸਕੁਅਰ ਹੈ ਤਾਂ ਆਪਾਂ ਹਟਾਇਆ, ਦੂਜੇ ਪਾਸੇ ਪਾਵਰ ਕੀ ਬਣ ਗਈ 1/2। ਠੀਕ ਹੈ, ਉਹਦਾ ਰੈਸੀਪ੍ਰੋਕਲ ਹੋ ਕੇ ਲੱਗਦੀ ਹੁੰਦੀ ਹੈ। ਅਤੇ 1/2 ਪਾਵਰ ਦਾ ਮਤਲਬ ਕੀ ਹੁੰਦਾ ਵਰਗਮੂਲ। ਅਤੇ 100 ਦਾ ਵਰਗਮੂਲ ਕਿੰਨਾ ਹੁੰਦਾ ਜੀ 10। ਕਲੀਅਰ ਹੋ ਗਈ ਹੁਣ ਇਹ ਗੱਲ। ਤਾਂ ਇਹਦੀ ਭੁਜਾ ਕਿੰਨੀ ਆ ਜਾਏਗੀ 10ਵੇਂ ਕੁਐਸਚਨ ਦੀ 10।
ਛੋਟੀ ਤੋਂ ਛੋਟੀ ਸੰਖਿਆ ਜਿਸ ਨਾਲ 54 ਨੂੰ ਗੁਣਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਹ ਇੱਕ ਪੂਰਨ ਵਰਗ ਬਣ ਜਾਵੇ। The smallest number by which 54 should be multiplied so as to get a perfect square। ਤਾਂ 54 ਨੂੰ ਆਪਾਂ ਗੁਣਾ ਕਰਨਾ ਹੈ। ਪਹਿਲਾਂ ਦੇਖ ਲਈਏ ਕਿ ਉਹਦੇ ਪੇਅਰ ਕੀ ਬਣਦੇ ਨੇ। 2 ਤੇ ਗਿਆ 27, 3 ਤੇ 9, ਫਿਰ 3 ਤੇ 3, ਫਿਰ 3 ਤੇ 1। ਠੀਕ ਹੈ ਬੇਟਾ, ਇਹ ਆਪਣੇ ਕੋਲ ਬਣ ਗਏ। ਇਹਨੇ ਕਿਹਾ ਸੀ ਪੂਰਨ ਵਰਗ ਬਣ ਜਾਵੇ 54 ਨੂੰ ਆਪਾਂ ਕਿਸ ਚੀਜ਼ ਨਾਲ ਗੁਣਾ ਕਰੀਏ, ਤਾਂ ਇਹਦਾ ਤਾਂ ਪੇਅਰ ਇੱਕੋ ਹੀ ਬਣ ਰਿਹਾ। ਪੂਰਾ ਵਰਗ ਬਣਾਉਣ ਲਈ ਦੇਖੋ ਇੱਕ 3 ਵੀ ਲਗਾਉਣਾ ਪਊਗਾ ਅਤੇ ਇੱਕ 2 ਵੀ ਲਗਾਉਣਾ ਪਊਗਾ। ਤਾਂ ਆਪਾਂ ਨੂੰ ਕਿਹਦੇ ਨਾਲ ਗੁਣਾ ਕਰਨਾ ਪੈਣਾ 6 ਨਾਲ। ਤਾਂ ਇਹਦਾ ਸਹੀ ਆਨਸਰ ਕੀ ਆਊਗਾ 6। ਚਲੋ ਆਪਾਂ ਚੈੱਕ ਵੀ ਕਰ ਲੈਂਦੇ ਹਾਂ ਵੀ 6 ਨਾਲ ਗੁਣਾ ਕਰਨ ਤੋਂ ਬਾਅਦ ਇਹ ਬਣੂਗਾ ਕੀ। 6 ਚੌਕਾ 24 ਹਸਲ 2, 6 ਪੰਜਾ 30, 30 ਤੇ 2 ਜੋੜੇ 32, 324 ਜਿਹੜਾ ਕਿ ਸਕੇਅਰ ਹੁੰਦਾ ਬੇਟਾ 18 ਦਾ। ਅਗਲਾ ਕੁਐਸਚਨ ਹੈ ਰਾਜੇ, ਛੋਟੀ ਤੋਂ ਛੋਟੀ ਸੰਖਿਆ ਜਿਸ ਨਾਲ 112 ਨੂੰ ਵੰਡਿਆ ਜਾਣਾ ਚਾਹੀਦਾ ਹੈ। ਵੰਡਿਆ ਮਤਲਬ ਡਿਵਾਈਡ। ਦ ਸਮੋਲੈਸਟ ਨੰਬਰ ਬਾਏ ਵਿਚ ਇਟ ਸ਼ੁੱਡ ਬੀ ਡਿਵਾਈਡਡ ਸੋ ਦੈਟ ਟੂ ਗੈਟ ਅ ਪਰਫੈਕਟ ਸਕੇਅਰ ਨੰਬਰ। ਤਾਂ ਇਹਦਾ ਵੀ ਸੇਮ ਮੈਥਡ ਹੋਊਗਾ ਬੇਟਾ। 112 ਦੇ ਆਪਾਂ ਬਣਾਉਂਦੇ ਹਾਂ ਪ੍ਰਾਈਮ ਫੈਕਟਰਸ। 2 ਦੇ ਟੇਬਲ 'ਤੇ, ਫਿਰ 2 ਦੇ ਟੇਬਲ 'ਤੇ, ਅਗੇਨ ਫਿਰ 7 ਦੇ ਟੇਬਲ 'ਤੇ। ਦੇਖੋ 2 ਦਾ ਪੇਅਰ ਬਣ ਗਿਆ, 2 ਦਾ ਪੇਅਰ ਬਣ ਗਿਆ ਅਤੇ 7 ਇਕੱਲਾ ਰਹਿ ਗਿਆ। ਤਾਂ ਆਪਾਂ ਜੇ ਇੱਥੋਂ 7 ਨੂੰ ਖ਼ਤਮ ਕਰ ਦਈਏ ਤਾਂ ਜਿਹੜੀ ਵੀ ਰਕਮ ਬਚੂਗੀ ਉਹ ਪਰਫੈਕਟ ਸਕੇਅਰ ਹੋਊਗੀ। ਤਾਂ ਆਪਾਂ ਨੂੰ ਇਸ ਨੰਬਰ ਨੂੰ 112 ਨੂੰ ਕਿਹਦੇ ਨਾਲ ਡਿਵਾਈਡ ਕਰਨਾ ਚਾਹੀਦਾ 7 ਨਾਲ। ਕਰਕੇ ਵੀ ਦੇਖ ਸਕਦੇ ਹੋ। 112 ਨੂੰ 7 ਨਾਲ ਡਿਵਾਈਡ ਕਰੋ। 1 7 7, 4 ਬਚਿਆ, 7 6 42। ਹਾਂਜੀ 16 ਜੋ ਆਨਸਰ ਆਇਆ ਉਹ ਪਰਫੈਕਟ ਸਕੇਅਰ ਨੰਬਰ ਹੁੰਦਾ। ਕਲੀਅਰ ਹੋ ਗਿਆ ਰਾਜੇ। ਅਗਲਾ ਦੇਖੋ, ਇੱਕ ਆਪਾਂ ਨੂੰ ਸੰਖਿਆ ਦਿੱਤੀ ਹੋਈ ਹੈ 51076 ਦੇ ਵਰਗਮੂਲ ਦਾ ਸੰਭਾਵੀ ਇਕਾਈ ਦਾ ਅੰਕ ਕੀ ਹੋ ਸਕਦਾ ਹੈ। ਵਟ ਕੁਡ ਬੀ ਦ ਪੋਸੀਬਲ ਯੂਨਿਟ ਡਿਜਿਟ ਆਫ ਦਾ ਸਕੇਅਰ ਰੂਟ ਆਫ। ਸਕੇਅਰ ਰੂਟ ਕੱਢਣਾ, ਠੀਕ ਹੈ, ਕਿਹਦਾ 51076 ਮਤਲਬ ਇਹ ਕਿਸੇ ਦਾ ਸਕੇਅਰ ਹੋਇਆ ਹੋਇਆ। ਇਹਦਾ ਲਾਸਟ ਡਿਜਿਟ ਕਿੰਨਾ 6 ਜੋ ਕਿ ਸਕੇਅਰ ਹੋ ਕੇ ਬਣਿਆ। ਤਾਂ 6 ਬੇਟਾ ਕਿਹਦਾ ਸਕੇਅਰ ਹੋ ਕੇ ਬਣਦਾ ਹੁੰਦਾ, ਜਾਂ ਤਾਂ ਚੌਕਮ ਚੌਕੀ 16 ਹੁੰਦਾ ਜਾਂ ਛਿਕਮ ਛਿਕਮ 36 ਹੁੰਦਾ। ਦੋਨਾਂ ਦੇ ਪਿੱਛੇ ਜਿਹੜਾ ਹੈ ਸਕੇਅਰ ਦੇ ਵਿੱਚ 6 ਆਉਂਦਾ। ਤਾਂ ਇਸ ਦੇ ਵਰਗਮੂਲ ਦੇ ਵਿੱਚ ਇਕਾਈ ਦਾ ਅੰਕ ਜਾਂ ਤਾਂ 4 ਹੋਊਗਾ ਜਾਂ ਤਾਂ 6 ਹੋਊਗਾ, ਜਿਹੜੀ ਕਿ ਹੈ ਆਪਸ਼ਨ ਨੰਬਰ ਏ। ਅਗਲਾ ਹੈਗਾ, ਹੇਠਾਂ ਲਿਖਿਆਂ ਵਿੱਚੋਂ ਕਿਹੜਾ ਪਾਇਥਾਗੋਰੀਅਨ ਤ੍ਰਿਗੁਟ ਨਹੀਂ ਹੈ। ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਪਾਇਥਾਗੋਰੀਅਨ ਟ੍ਰਿਪਲੇਟ। ਤਾਂ ਬੇਟਾ ਇੱਕ ਤੁਹਾਨੂੰ ਪਹਿਲੇ 3 ਨੂੰ ਤਾਂ ਯਾਦ ਹੀ ਕਰ ਲੈਣਾ ਚਾਹੀਦਾ। 3 4 5, ਦੇਖੋ 5 5 25, 3 ਤੀਏ 9 + 16, 25 ਬਰਾਬਰ 25 ਆ ਗਿਆ ਨਾ। ਸਭ ਤੋਂ ਵੱਡੀ ਭੁਜਾ ਦਾ ਆਪਾਂ ਸਕੇਅਰ ਕਰ ਲਿਆ ਅਤੇ ਜਿਹੜੀਆਂ ਬਾਕੀ 2 ਸੀ ਉਹਨਾਂ ਦਾ ਸਕੇਅਰ ਕਰਕੇ ਜੋੜ ਲਿਆ। ਤਾਂ ਇਹਨੂੰ ਯਾਦ ਹੀ ਰੱਖੋ ਵੀ ਇਹ ਪਾਇਥਾਗੋਰੀਅਨ ਟ੍ਰਿਪਲੇਟ ਹੁੰਦਾ। 6 8 10, ਦੇਖੋ 10 ਦਾ ਸਕੇਅਰ ਹੋ ਗਿਆ 100, 6 ਦਾ 36, 8 ਦਾ 64, ਇਹ ਵੀ ਪਾਇਥਾਗੋਰੀਅਨ ਟ੍ਰਿਪਲੇਟ ਹੁੰਦਾ। ਅਤੇ 13 12, 13 ਦਾ ਸਕੇਅਰ ਹੋ ਗਿਆ ਜੀ 169, 5 ਦਾ 25, ਇਹਦਾ 144। ਤਾਂ ਦੋਨਾਂ ਦਾ ਜੋੜ ਭੁਜਾਵਾਂ ਦੀਆਂ ਵਰਗਾਂ ਦਾ ਤੀਜੀ ਭੁਜਾ ਦੇ ਵਰਗ ਦੇ ਬਰਾਬਰ ਹੋ ਗਿਆ। ਤਾਂ ਇਹ ਵੀ ਪਾਇਥਾਗੋਰੀਅਨ ਟ੍ਰਿਪਲੇਟ ਹੈਗਾ। ਤਾਂ ਬੇਟਾ ਇਹ ਨਹੀਂ ਹੈਗਾ। ਦੇਖੋ 4 ਦਾ ਸਕੇਅਰ ਕਰੋਗੇ 16 ਬਰਾਬਰ 2 ਦਾ ਸਕੇਅਰ ਪਲੱਸ 3 ਦਾ ਸਕੇਅਰ ਕਿੰਨਾ ਆ ਗਿਆ 4 + 9 ਮਤਲਬ 13। ਇਹ ਬਰਾਬਰ ਨਹੀਂ ਆਇਆ। ਤਾਂ ਇਹਦਾ ਮਤਲਬ ਹੈ ਬੇਟਾ 2 3 ਤੇ 4 ਪਾਇਥਾਗੋਰੀਅਨ ਟ੍ਰਿਗੁਟ ਨਹੀਂ ਹੈਗੇ। ਪਹਿਲੇ 3 ਮੈਂ ਕਿਉਂ ਕਹਿ ਰਹੀ ਸੀ ਯਾਦ ਕਰ ਲਓ, ਕਿਉਂਕਿ ਇਹ ਆਪਾਂ ਨੂੰ ਜਦੋਂ ਕਈ ਵਾਰ ਪਾਇਥਾਗੋਰਸ ਥਿਓਰਮ ਨੂੰ ਹੱਲ ਕਰਨ ਦੀ ਜ਼ਰੂਰਤ ਪੈਂਦੀ ਹੈ, ਜਾਂ ਤੁਹਾਨੂੰ ਕਈ ਵਾਰ NMMS ਦਾ ਜਦੋਂ ਪੇਪਰ ਦੇਣਾ ਉਹਦੇ ਵਿੱਚ ਤੁਹਾਨੂੰ ਕਿਸੇ ਵੱਡੇ ਸਵਾਲ ਦੇ ਵਿੱਚ ਫਟਾਫਟ ਯੂਜ਼ ਕਰਨ ਦੀ ਲੋੜ ਪੈਂਦੀ ਹੈ ਪਾਇਥਾਗੋਰਸ ਥਿਓਰਮ ਨੂੰ। ਤਾਂ ਤੁਹਾਨੂੰ ਇਹ ਯਾਦ ਹੋਵੇ ਕਿ ਜੇ 5 ਤੇ 4 2 ਭੁਜਾਵਾਂ ਦਿੱਤੀਆਂ ਹੋਈਆਂ ਤਾਂ ਤੀਜੀ ਕੀ ਹੋਊਗੀ, 6 8 ਦਿੱਤੀਆਂ ਹੋਈਆਂ ਤੀਜੀ ਕੀ ਹੋਊਗੀ, ਇਸ ਢੰਗ ਨਾਲ। ਠੀਕ ਹੈ ਜੀ। ਅਗਲਾ ਕੁਐਸਚਨ 15th, ਇੱਕ ਘਣ ਦਾ ਆਇਤਨ ਹੈ ਜਿਹੜਾ 64 ਦਿੱਤਾ ਹੋਇਆ ਸੈਂਟੀਮੀਟਰ ਕਿਊਬ। ਤਾਂ ਘਣ ਦਾ ਕਿਨਾਰਾ ਕੱਢਣਾ। ਵੋਲਿਊਮ ਆਫ ਕਿਊਬ ਕਿੰਨਾ ਦਿੱਤਾ ਹੋਇਆ 64, ਅਤੇ ਆਪਾਂ ਨੇ ਪਤਾ ਕਰਨੀ ਆ ਉਹਦੀ ਐਜ। ਤਾਂ ਵੋਲਿਊਮ ਕਿਹਦੇ ਬਰਾਬਰ ਹੁੰਦਾ ਬੇਟਾ ਐਜ ਦੀ ਕਿਊਬ। ਉਹੀ ਸੇਮ ਗੱਲ ਬੇਟਾ, ਜਦੋਂ ਆਪਾਂ ਇੱਥੇ ਕਿਊਬ ਹਟਾਉਂਦੇ ਹਾਂ ਤਾਂ ਦੂਜੇ ਪਾਸੇ ਜਿਹੜੀ ਪਾਵਰ ਹੈ ਉਹ ਜਾਂਦੀ ਹੈ ਕਿਊਬ ਰੂਟ ਬਣ ਕੇ। ਤਾਂ 64 ਦਾ ਘਣ ਮੂਲ ਕਿਊਬ ਰੂਟ ਕਿੰਨਾ ਹੁੰਦਾ 4। ਚੌਕਮ ਚੌਕੀ 16 ਚੌਕਾ 64। ਤਾਂ ਇਹਦਾ ਐਜ ਕਿੰਨਾ ਹੋਊਗਾ ਬੱਚੇ 4 ਸੈਂਟੀਮੀਟਰ।
ਅਗਲਾ ਕੁਐਸਚਨ ਦੇਖੋ, ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਜਿਸ ਨਾਲ ਪੂਰਨ ਘਣ ਪ੍ਰਾਪਤ ਕਰਨ ਲਈ the smallest number by which the number must be divided to obtain a perfect cube। ਤਾਂ ਇਹਦੇ ਵਿੱਚ ਬੇਟਾ ਆਪਾਂ ਜਦੋਂ ਪ੍ਰਾਈਮ ਫੈਕਟਰਸ ਬਣਾਵਾਂਗੇ ਤਾਂ ਤ੍ਰਿਗੁੱਟ ਬਣਾਵਾਂਗੇ। 250 2 ਤੇ ਗਿਆ 125, ਫਿਰ 5 ਤੇ 25, ਫਿਰ 5 ਤੇ 5, ਫਿਰ 5 ਤੇ 5। ਦੇਖੋ 5 ਦਾ ਤਾਂ ਪੂਰਾ ਦਾ ਪੂਰਾ ਤ੍ਰਿਗੁੱਟ ਬਣ ਰਿਹਾ, ਟ੍ਰਿਪਲੇਟ ਬਣ ਰਿਹਾ। ਤਾਂ ਉਹ ਕਿਹੜੀ ਸੰਖਿਆ ਜਿਹੜੀ ਵੱਧ ਲੱਗ ਰਹੀ ਆ ਆਪਾਂ ਨੂੰ, ਕਿਹੜੀ ਆ ਉਹ 2। ਤਾਂ ਇਸੇ 2 ਦੇ ਨਾਲ ਇਸ ਸੰਖਿਆ ਨੂੰ ਵੰਡਿਆ ਜਾਣਾ ਚਾਹੀਦਾ ਤਾਂ ਕਿ ਇਹ ਪੂਰਨ ਘਣ ਬਣ ਜਾਵੇ। ਤਾਂ ਇਸ ਦਾ ਆਨਸਰ ਆਊਗਾ ਬੇਟਾ ਜੀ 2। ਅਗਲਾ ਹੈਗਾ ਦੇਖੋ ਅਰਪਨ 3 ਸੈਂਟੀਮੀਟਰ ਗੁਣਾ 2 ਸੈਂਟੀਮੀਟਰ ਗੁਣਾ 3 ਸੈਂਟੀਮੀਟਰ ਇਸ ਤਰ੍ਹਾਂ ਦੇ ਮਾਪ ਦਾ ਇੱਕ ਘਨਾਵ ਬਣਾਉਂਦੀ ਹੈ ਅਤੇ ਉਸਨੂੰ ਇੱਕ ਘਣ ਬਣਾਉਣ ਦੇ ਲਈ ਕਿੰਨੇ ਘਨਾਵਾਂ ਦੀ ਲੋੜ ਪਵੇਗੀ। ਤਾਂ ਬੇਟਾ ਦੇਖੋ ਜਿਵੇਂ ਆਪਣੇ ਕੋਲ ਇਹ ਇੱਕ ਘਣ ਹੈ, ਠੀਕ ਹੈ, ਜਿਹਦੀਆਂ ਭੁਜਾਵਾਂ ਨੇ 3 2 ਅਤੇ 3। ਹੁਣ ਇਸ ਤਰ੍ਹਾਂ ਦੇ ਉਹਨੇ ਨਾਲ ਕਈ ਡੱਬੇ ਇੱਦਾਂ ਜੋੜਨੇ ਨੇ, ਠੀਕ ਹੈ, ਤਾਂ ਕਿ ਉਹ ਜਿਹੜਾ ਹੈਗਾ ਇੱਕ ਘਣ ਬਣ ਜਾਵੇ। ਘਣ ਕਿਸ ਤਰ੍ਹਾਂ ਦੀ ਸ਼ਕਲ ਹੁੰਦੀ ਹੈ, ਜਿਹਦੀ ਲੰਬਾਈ ਚੌੜਾਈ ਉਚਾਈ ਤਿੰਨੋਂ ਹੀ ਬਰਾਬਰ ਹੁੰਦੀਆਂ ਨੇ, ਜਿੱਦਾਂ ਤੁਹਾਡੀ ਲੂਡੋ ਦੀ ਗੀਟੀ। ਤਾਂ ਇਹਦੇ ਵਿੱਚ ਆ ਛੋਟੇ ਛੋਟੇ ਉਹਨੇ ਰੱਖਣੇ ਨੇ। ਤਾਂ ਕਹਿੰਦੇ ਵੀ ਉਹਨੂੰ ਘਣ ਬਣਾਉਣ ਲਈ ਇੱਕ ਪੂਰਾ ਲੰਬਾਈ ਚੌੜਾਈ ਉਚਾਈ ਬਰਾਬਰ ਕਰਨ ਲਈ ਹੋਰ ਕਿੰਨੇ ਘਨਾਵਾਂ ਦੀ ਲੋੜ ਪਊਗੀ। ਤਾਂ ਸੌਖਾ ਹੀ ਕੁਐਸਚਨ ਹੈ ਬੇਟਾ, ਫਿਗਰ ਬਣਾ ਕੇ ਮੈਂ ਤੁਹਾਨੂੰ ਇਹਦਾ ਕੰਸੈਪਟ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੇਖੋ 3 × 2 × 3 ਇਹਦਾ ਵੋਲਿਊਮ ਹੈ, ਇਕੱਠਾ ਲਿਖ ਲਓ। ਹੁਣ ਇਹਨੂੰ ਪੂਰਾ ਕਿਊਬ ਬਣਾਉਣ ਲਈ ਇੱਕ 3 ਹੋਰ ਚਾਹੀਦਾ ਅਤੇ ਇਸ ਨੂੰ ਪੂਰਾ ਕਿਊਬ ਬਣਾਉਣ ਲਈ ਦੋ ਵਾਰੀ ਜਿਹੜੇ 2 ਨੇ ਉਹ ਹੋਰ ਚਾਹੀਦੇ ਨੇ। ਤਾਂ ਆਪਾਂ ਕਿਹੜੇ ਅੱਖਰ ਨਾਲ ਇਹਨਾਂ ਨੂੰ ਮਲਟੀਪਲਾਈ ਕੀਤਾ, 3 2 ਅਤੇ 2 ਗੁਣਾ ਕਰ ਲਓ, 3 ਦੂਣੀ 6 6 ਦੂਣੀ 12। ਤਾਂ ਆਪਾਂ ਨੂੰ ਕਿੰਨੇ ਹੋਰ ਘਨਾਵਾਂ ਦੀ ਜ਼ਰੂਰਤ ਹੈ, 12। ਜਦੋਂ ਇਸ ਨਾਲ ਆਪਾਂ 12 ਹੋਰ ਰੱਖ ਦਾਂਗੇ ਤਾਂ ਇਹ ਕੀ ਬਣ ਜਾਊਗਾ, ਇੱਕ ਪੂਰਾ ਘਣ। ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਜਿਸ ਨਾਲ ਪੂਰਨ ਘਣ ਪ੍ਰਾਪਤ ਕਰਨ ਲਈ 72 ਨੂੰ ਗੁਣਾ ਕਰਨਾ। ਦੇਖੋ 72 ਦੇ ਟੋਟੇ ਬਣਾਓ, ਠੀਕ ਹੈ। ਦੇਖੋ 3 ਆਪਾਂ ਨੇ ਬਣਾਉਣਾ ਪੂਰਨ ਘਣ ਅਤੇ ਕਰਨਾ ਗੁਣਾ। 2 ਦਾ ਤਾਂ ਪੂਰਾ ਟ੍ਰਿਪਲੇਟ ਬਣ ਰਿਹਾ, 3 ਦਾ ਨਹੀਂ ਬਣ ਰਿਹਾ। ਕਿਹਦੀ ਜ਼ਰੂਰਤ ਹੈ, ਇੱਕ ਹੋਰ 3 ਦੀ ਜ਼ਰੂਰਤ ਹੈ। ਤਾਂ ਆਪਾਂ ਕਹਾਂਗੇ ਹਾਂਜੀ 3 ਨਾਲ ਗੁਣਾ ਕਰਨ 'ਤੇ ਜਿਹੜਾ 72 ਹੈ ਉਹ ਪੂਰਨ ਘਣ ਬਣ ਜਾਏਗਾ। ਗੁਣਾ ਕਰਕੇ ਦੇਖੋ 3 ਦੂਣੀ 6 7 ਤੀਆ 21, ਹਾਂਜੀ ਇਹ 6 ਦਾ ਘਣ ਬਣ ਗਿਆ। ਕਲੀਅਰ ਹੋ ਗਿਆ ਬੇਟੇ। ਇਹ ਤਾਂ ਮੈਂ ਤੁਹਾਨੂੰ ਜਸਟ ਇੱਕ ਸਮਝਾਉਣੀ ਹੁੰਦੀ ਆ ਵੀ ਹਾਂਜੀ ਜਿਹੜਾ ਤੁਸੀਂ ਆਨਸਰ ਕੱਢਿਆ ਉਹਦੇ ਨਾਲ ਪੂਰਨ ਘਣ ਬਣ ਰਿਹਾ ਨਾ, ਸਮ ਆਪਣਾ ਇੱਥੇ ਤੱਕ ਹੀ ਖਤਮ ਹੋ ਜਾਂਦਾ ਕਿ ਜਿਹੜੀ ਸੰਖਿਆ ਆਪਣੀ ਘਟ ਰਹੀ ਹੈ ਉਹਦੇ ਨਾਲ ਗੁਣਾ ਕਰਨਾ ਹੈ। 19ਵਾਂ ਕੁਐਸਚਨ ਹੈ, ਇੱਕ ਜਮਾਤ ਵਿੱਚ 50 ਵਿਦਿਆਰਥੀ ਨੇ ਜਿਨ੍ਹਾਂ ਵਿੱਚੋਂ 40 ਲੜਕੇ ਨੇ ਅਤੇ ਬਾਕੀ ਲੜਕੀਆਂ ਨੇ। ਲੜਕਿਆਂ ਦੀ ਸੰਖਿਆ ਅਤੇ ਲੜਕੀਆਂ ਦੀ ਸੰਖਿਆ ਦਾ ਅਨੁਪਾਤ ਪਤਾ ਕਰਨਾ ਹੈ। There are 50 students in a class of which 40 are boys and the rest are girls. The ratio of the number of boys and the number of girls is 50 ਵਿਦਿਆਰਥੀ ਨੇ ਬੇਟਾ, 40 ਉਹਦੇ ਵਿੱਚ ਬॉयਜ਼ ਨੇ, ਦੈਨ ਮਾਈਨਸ ਕਰ ਲਓ ਕਿੰਨੀਆਂ ਗਰਲਸ ਨੇ, 10। ਅਤੇ ਆਪਾਂ ਪਤਾ ਕਰਨਾ ਹੈ ਲੜਕਿਆਂ ਦੀ ਸੰਖਿਆ। ਮੂਹਰੇ ਲੜਕੇ ਲਿਖਣੇ ਨੇ, ਪਿੱਛੇ ਲਿਖਣੇ ਨੇ ਆਪਾਂ ਲੜਕੀਆਂ, ਵੀ ਇਹਨਾਂ ਦਾ ਅਨੁਪਾਤ ਕਿੰਨਾ ਹੋਊਗਾ। 0 ਨਾਲ 0 ਕੈਂਸਲ ਹੋ ਗਈ ਅਤੇ ਅਨੁਪਾਤ ਕਿੰਨਾ ਆ ਗਿਆ, 4:1। ਕਲੀਅਰ ਜੀ, ਇਹ ਸੌਖਾ ਹੀ ਕੁਐਸਚਨ ਸੀ। 40 ਰੁਪਏ ਦਾ ਇੱਕ ਖਿਡੌਣਾ 32 ਰੁਪਏ ਵਿੱਚ ਉਪਲਬਧ ਹੈ। ਅੰਕਿਤ ਮੁੱਲ 'ਤੇ ਕਿੰਨੇ ਪ੍ਰਤੀਸ਼ਤ ਛੋਟ ਦਿੱਤੀ ਜਾਂਦੀ ਹੈ। A toy marked at ₹40 is available for ₹32. What percent discount is given on the marked price? ਤਾਂ 40 ਰੁਪਏ ਦੀ ਚੀਜ਼ ਸੀ ਬੇਟਾ, ਕਿੰਨੇ ਦੀ ਮਿਲ ਗਈ ਤੁਹਾਨੂੰ, 32 ਰੁਪਏ ਦੀ। ਮਾਈਨਸ ਕਰੋ 8 ਰੁਪਏ ਦੀ ਘੱਟ ਮਿਲ ਗਈ ਤਾਂ ਡਿਸਕਾਊਂਟ ਪੈਸਿਆਂ 'ਚ ਕਿੰਨਾ ਮਿਲਿਆ, 8 ਰੁਪਏ ਦਾ। ਤੁਸੀਂ ਪਤਾ ਕਰਨਾ ਡਿਸਕਾਊਂਟ ਪਰਸੈਂਟੇਜ। ਫਾਰਮੂਲਾ ਕੀ ਹੁੰਦਾ ਹੈ, ਡਿਸਕਾਊਂਟ ਬਟੇ ਮਾਰਕੀਟ ਪ੍ਰਾਈਸ, ਮਾਰਕਡ ਪ੍ਰਾਈਸ ਇਨਟੂ 100। ਡਿਸਕਾਊਂਟ ਹੈ 8, ਮਾਰਕ ਕੀਤਾ ਹੋਇਆ ਪ੍ਰਾਈਸ ਹੈ 40 ਇਨਟੂ 100। ਤਾਂ 8 5 40, 5 ਦੇ ਨਾਲ 100 ਕਟਾ ਲਓ, ਕਿੰਨਾ ਆ ਗਿਆ 20। ਤਾਂ ਕਿੰਨੇ ਪਰਸੈਂਟ ਦਾ ਡਿਸਕਾਊਂਟ ਮਿਲਿਆ, 20%, ਵਿਚ ਇਜ਼ ਆਪਸ਼ਨ ਨੰਬਰ ਬੀ। ਨੈਕਸਟ ਕੁਐਸਚਨ ਹੈ, ਵਿਮਲਾ ਨੇ 500 ਰੁਪਏ ਵਿੱਚ ਇੱਕ ਘੜੀ ਖਰੀਦੀ ਹੈ, ਉਸ ਨੇ ਇਸ ਨੂੰ 20% ਦੇ ਘਾਟੇ 'ਤੇ ਵੇਚ ਦਿੱਤਾ। ਵੇਚ ਮੁੱਲ ਪਤਾ ਕਰਨਾ ਹੈ। ਵਿਮਲਾ ਪਰਚੇਜ਼ਡ ਅ ਵਾਚ ਫॉर ₹500, ਸ਼ੀ ਸੋਲਡ ਇਟ ਐਟ ਅ ਲਾਸ ਆਫ 20%, ਫਾਈਂਡ ਦਾ ਸੈਲਿੰਗ ਪ੍ਰਾਈਸ।
ਤਾਂ ਬੇਟਾ ਦੇਖੋ CP ਜਿਹੜੀ ਹੈ ਕੋਸਟ ਪ੍ਰਾਈਸ ਮਤਲਬ ਜਿਸ ਤੇ ਉਹਨੇ ਚੀਜ਼ ਖਰੀਦੀ 500 ਹੈ। ਲੌਸ ਪਰਸੈਂਟ ਕਿੰਨਾ ਹੋ ਰਿਹਾ ਉਹਨੂੰ 20%। ਸੌਖਾ ਤਰੀਕਾ ਦੇਖਿਆ ਕਰੋ, ਪਹਿਲਾਂ ਲੌਸ ਨੂੰ ਪੈਸਿਆਂ 'ਚ ਕੱਢੋ। ਕਿਵੇਂ 20% ਆਫ 500 ਤਾਂ 20/100 ਗੁਣਾ 500। 2 ਜ਼ੀਰੋਆਂ ਨਾਲ 2 ਜ਼ੀਰੋਆਂ ਕੱਟ ਗਈਆਂ, 5 ਦੂਣੀ 10 ਯਾਨੀ ਕਿ 100 ਰੁਪਏ ਦਾ ਉਹਨੂੰ ਲੌਸ ਹੋ ਗਿਆ। ਸਿੱਧਾ ਜਿਹਾ ਹਿਸਾਬ ਹੈ ਜੀ, 500 ਦੀ ਚੀਜ਼ ਖਰੀਦੀ ਸੀ, 100 ਰੁਪਏ ਦਾ ਘਾਟਾ ਪੈ ਗਿਆ ਤਾਂ ਉਹਨੇ ਚੀਜ਼ ਕਿੰਨੇ ਦੀ ਖਰੀਦੀ ਸੀ 400 ਦੀ। ਠੀਕ ਹੈ, ਸੌਖਾ ਸਮ ਸੀ ਨਾ। ਅਗਲਾ ਦੇਖੋ, ਮਨੀਸ਼ ਦੀ ਤਨਖਾਹ 10,000 ਰੁਪਏ ਹੈ, ਉਸ ਦੀ ਤਨਖਾਹ 10% ਵੱਧ ਜਾਂਦੀ ਹੈ। ਵਧੀ ਹੋਈ ਤਨਖਾਹ ਪਤਾ ਕਰਨੀ ਹੈ। ਸੈਲਰੀ ਆਫ ਮਨੀਸ਼ ਇਜ਼ ਰੁਪੀਜ਼ 10,000, ਹਿਜ਼ ਸੈਲਰੀ ਗੈਟਸ ਇਨਕਰੀਜ਼ਡ ਬਾਏ 10%। ਫਾਈਂਡ ਹਿਜ਼ ਇਨਕਰੀਜ਼ਡ ਸੈਲਰੀ। ਤਾਂ ਤੁਸੀਂ ਪਹਿਲਾਂ ਬੇਟਾ 10,000 ਦਾ 10% ਕੱਢੋ। 2 ਜ਼ੀਰੋਆਂ ਨਾਲ 2 ਜ਼ੀਰੋਆਂ ਕੱਟ ਗਈਆਂ, ਕਿੰਨਾ ਆ ਗਿਆ 1000। ਇਹਦਾ ਮਤਲਬ ਜਿਹੜੀ ਉਹਦੀ ਤਨਖਾਹ ਹੈ ਉਹ 1000 ਰੁਪਇਆ ਵਧੀ ਹੈ। ਕਿੰਨੀ ਸੀ ਪਹਿਲਾਂ? ਪਹਿਲਾਂ ਸੀਗੀ 10,000, ਉਹਦੇ ਵਿੱਚ 1000 ਵੱਧ ਗਿਆ, ਕਿੰਨਾ ਬਣ ਜੂਗਾ ਬੇਟਾ ਇਹ 11,000। ਤਾਂ ਉਹਦੀ ਵਧੀ ਹੋਈ ਤਨਖਾਹ ਕਿੰਨੀ ਹੈ 11,000। ਕਲੀਅਰ ਜੀ। ਨੈਕਸਟ ਕੁਐਸਚਨ, -x+y ਵਿੱਚੋਂ 7x+y ਨੂੰ ਘਟਾਉਣ 'ਤੇ ਕੀ ਪ੍ਰਾਪਤ ਹੁੰਦਾ? ਔਨ ਸਬਟਰੈਕਟਿੰਗ 7x+y ਫਰੋਮ ਦਿਸ। ਤਾਂ ਬੇਟਾ ਜਿੱਥੇ ਲਿਖਿਆ ਹੁੰਦਾ ਫਰੋਮ, ਉਸ ਰਕਮ ਨੂੰ ਆਪਾਂ ਲਿਖਦੇ ਹੁੰਦੇ ਹਾਂ ਪਹਿਲਾਂ, ਫਿਰ ਮਾਈਨਸ ਦਾ ਸਾਈਨ ਪਾ ਕੇ ਆਪਾਂ ਲਿਖਦੇ ਹੁੰਦੇ ਹਾਂ ਨੈਕਸਟ ਰਕਮ ਜਿਹਨੂੰ ਘਟਾਉਣਾ। ਹੁਣ ਇਹਦੀਆਂ ਬਰੈਕਟਾਂ ਖੋਲ੍ਹੋ, ਬਾਹਰ ਮਾਈਨਸ ਹੈ ਤਾਂ ਦੋਨੋਂ ਸਾਈਨ ਕੀ ਹੋਣਗੇ ਚੇਂਜ। ਸੇਮ ਜਿਹੜੀਆਂ ਲਾਈਕ ਟਰਮਸ ਨੇ ਨੇੜੇ ਲੈ ਕੇ ਆਓ। y ਨਾਲ y ਹੋ ਗਿਆ ਕੈਂਸਲ, ਕਿਉਂਕਿ ਇੱਕ 'ਤੇ ਸਾਈਨ ਸੀ ਪੋਜ਼ੀਟਿਵ, ਇੱਕ 'ਤੇ ਸਾਈਨ ਸੀ ਨੈਗੇਟਿਵ। ਮਾਈਨਸ ਦਾ x ਹੈ, ਮਾਈਨਸ ਦਾ 7 ਹੈ, ਤਾਂ ਮਾਈਨਸ ਦਾ 1 ਹੈ ਅਤੇ ਮਾਈਨਸ ਦਾ 7 ਹੈ, ਕਿੰਨੇ ਹੋ ਗਏ ਮਾਈਨਸ ਦੇ 8x। ਕਿਹੜੀ ਆਪਸ਼ਨ 'ਚ ਲਿਖਿਆ ਹੋਇਆ ਜੀ C ਆਪਸ਼ਨ ਦੇ ਵਿੱਚ। ਨੈਕਸਟ ਕੁਐਸਚਨ ਹੈ, ਵਿਚ ਆਫ ਥੀਸ ਇਜ਼ ਇਕੁਅਲੈਂਟ ਟੂ 3x - y ਦਾ ਹੋਲ ਸਕੇਅਰ। ਆਈਡੈਂਟਿਟੀ ਲਗਾਉਣ ਲਈ ਕਿਹਾ ਬੇਟਾ, ਹੋਰ ਕੋਈ ਗੱਲ ਨਹੀਂ। ਕਿਹੜੀ ਆਈਡੈਂਟਿਟੀ ਲੱਗੂਗੀ ਇਹਦੇ 'ਤੇ? a - b ਦਾ ਸਕੇਅਰ। ਕਿੱਦਾਂ ਖੁੱਲ੍ਹਦਾ ਬੱਚੇ ਇਹ? a ਸਕੇਅਰ -2ab + b ਸਕੇਅਰ। ਤਾਂ ਆਪਾਂ ਇਹਨੂੰ ਖੋਲ੍ਹਦੇ ਹਾਂ। ਪਹਿਲੀ ਰਕਮ ਹੈ 3x, ਤਾਂ 3x ਦਾ ਸਕੇਅਰ, ਫਿਰ -2 ਗੁਣਾ ਪਹਿਲੀ ਰਕਮ ਮਤਲਬ 3x ਗੁਣਾ ਦੂਜੀ ਰਕਮ, ਫਿਰ ਪਲੱਸ ਹੁੰਦਾ ਬੇਟਾ ਦੂਜੀ ਰਕਮ ਦਾ ਸਕੇਅਰ। 3x ਦਾ ਸਕੇਅਰ ਕਿੰਨਾ ਹੋ ਗਿਆ 9x ਸਕੇਅਰ। 3 ਦੂਣੀ 6, 6 ਚੌਕਾ 24 xy ਪਲੱਸ ਲਾਸਟ ਟਰਮ ਦਾ ਸਕੇਅਰ ਖੋਲਾਂਗੇ 16y ਸਕੇਅਰ। ਕਿਹੜੀ ਆਪਸ਼ਨ 'ਚ ਦੇਖੋ ਇਹ ਹੈਗਾ? ਇਹ ਹੈਗਾ ਜੀ D ਆਪਸ਼ਨ ਦੇ ਵਿੱਚ। ਕਲੀਅਰ ਹੈ ਬੇਟਾ? ਕੁਛ ਨਹੀਂ ਸੀਗਾ ਇਹਦੇ ਵਿੱਚ, ਸਿਰਫ ਆਪਾਂ ਨੇ ਆਈਡੈਂਟਿਟੀ ਨੂੰ ਯਾਦ ਕਰਨਾ ਅਤੇ ਉਹਨੂੰ ਇੱਥੇ ਅਪਲਾਈ ਕਰਨਾ। ਨੈਕਸਟ ਕੁਐਸਚਨ ਜਿਹੜਾ ਹੈ, a + b ਦਾ ਸਕੇਅਰ ਪਲੱਸ a - b ਦੇ ਸਕੇਅਰ ਦੀ ਵੈਲਿਊ ਪੁੱਛੀ ਹੈ। ਪਹਿਲਾਂ ਪਹਿਲੇ ਦਾ ਫਾਰਮੂਲਾ ਲਿਖੋ, ਯਾਦ ਹੈ ਨਾ, a ਸਕੇਅਰ ਪਲੱਸ 2ab + b ਸਕੇਅਰ। ਫਿਰ ਪਲੱਸ ਹੈ, ਦੂਜੇ ਦਾ ਫਾਰਮੂਲਾ ਲਿਖੋ, ਮਾਈਨਸ ਵਾਲਾ a ਸਕੇਅਰ -2ab + b ਸਕੇਅਰ। ਹੁਣ ਦੇਖੋ 2ab ਪਲੱਸ ਦਾ 2ab ਮਾਈਨਸ ਦਾ ਤਾਂ ਕੈਂਸਲ ਹੋ ਗਏ। a ਸਕੇਅਰ ਪਲੱਸ a ਸਕੇਅਰ ਕਿੰਨੇ a ਸਕੇਅਰ ਹੋ ਗਏ 2a ਸਕੇਅਰ। b ਸਕੇਅਰ ਪਲੱਸ b ਸਕੇਅਰ ਕਿੰਨੇ b ਸਕੇਅਰ ਹੋ ਗਏ 2b ਸਕੇਅਰ। ਦੇਖੋ ਇਹ ਆਪਸ਼ਨ ਹੈਗੀ ਹੈ ਜੀ C 'ਚ ਲਿਖਿਆ ਹੋਇਆ 2a ਸਕੇਅਰ ਪਲੱਸ 2b ਸਕੇਅਰ। ਅਗਲਾ ਕੁਐਸਚਨ ਹੈਗਾ, ਇੱਕ ਆਇਤ ਦਾ ਖੇਤਰਫਲ ਪਤਾ ਕਰੋ ਜਿਸ ਦੀ ਲੰਬਾਈ ਅਤੇ ਚੌੜਾਈ 9y ਤੇ 4y ਸਕੇਅਰ ਹੈ। ਏਰੀਆ ਆਫ ਰੈਕਟੈਂਗਲ ਹੂਜ਼ ਲੈਂਥ ਐਂਡ ਬ੍ਰੈਡਥ। ਦੇਖੋ ਏਰੀਆ ਆਫ ਰੈਕਟੈਂਗਲ, ਏਰੀਆ ਆਫ ਰੈਕਟੈਂਗਲ ਕਿਹਦੇ ਬਰਾਬਰ ਹੁੰਦਾ ਬੇਟਾ? ਲੈਂਥ ਮਲਟੀਪਲਾਈ ਬ੍ਰੈਡਥ। ਲੈਂਥ ਕਿੰਨੀ ਹੈ 9y, ਬ੍ਰੈਡਥ ਕਿੰਨੀ ਹੈ 4y ਸਕੇਅਰ। ਜਦੋਂ ਗੁਣਾ ਕਰਾਂਗੇ 9 ਚੌਕਾ 36, y ਦੇ ਉੱਪਰ 1 ਪਾਵਰ ਹੈ, ਇੱਧਰ y ਦੇ ਉੱਪਰ 2 ਪਾਵਰ ਹੈ, ਪਾਵਰ ਹੋ ਜਾਣਗੀਆਂ ਪਲੱਸ, ਬਿਕੋਜ਼ ਬੇਸ ਬਰਾਬਰ ਹੈ, ਵਿਚਾਲੇ ਗੁਣਾ ਦੀ ਨਿਸ਼ਾਨੀ ਹੈ। ਤਾਂ ਆਨਸਰ ਆ ਰਿਹਾ ਬੱਚੇ 36y ਦੀ ਕਿਊਬ, C ਆਪਸ਼ਨ। ਠੀਕ ਹੈ ਜੀ, ਕਲੀਅਰ ਹੋ ਗਿਆ ਬੇਟਾ ਇਹ ਸਾਰਾ ਸਮ ਤੁਹਾਨੂੰ। 27ਵਾਂ ਕੁਐਸਚਨ ਦੇਖੋ ਬੇਟਾ, ਇਹਦੇ ਵਿੱਚ ਹੈ ਆਪਾਂ ਨੂੰ ਇੰਨੀ ਵੱਡੀ ਰਕਮ ਲਿਖ ਕੇ ਦਿੱਤੀ ਹੋਈ ਹੈ ਅਤੇ ਇਹਦਾ ਵੈਲਿਊ ਪੁੱਛੀ ਹੈ। ਤਾਂ ਸਭ ਤੋਂ ਪਹਿਲਾਂ ਕੀ ਲਿਖਿਆ ਹੋਇਆ ਦੇਖੋ, x + y, x - y। ਤਾਂ ਕਿਹੜੀ ਆਈਡੈਂਟਿਟੀ ਯਾਦ ਆਉਂਦੀ ਹੈ ਬੇਟਾ? a + b, a - b। ਕਿੱਦਾਂ ਖੁੱਲ੍ਹਦੀ ਹੁੰਦੀ ਹੈ ਇਹ? ਪਹਿਲੀ ਰਕਮ ਦਾ ਸਕੇਅਰ ਮਾਈਨਸ ਦੂਜੀ ਰਕਮ ਦਾ ਸਕੇਅਰ। ਬਸ ਇਹੀ ਦੇਖੋ ਤਿੰਨਾਂ ਦੇ ਵਿੱਚ ਲੱਗ ਰਿਹਾ ਹੈ ਨਾ,
ਇੱਕੋ ਹੀ ਸੇਮ ਆਈਡੈਂਟਿਟੀ ਲੱਗ ਰਹੀ ਹੈ। ਤਾਂ ਫਸਟ ਦਾ ਆਨਸਰ ਕੀ ਆਏਗਾ ਇਸ ਦੇ ਅਕੋਰਡਿੰਗ ਐਕਸ ਸਕੇਅਰ ਮਾਈਨਸ ਵਾਈ ਸਕੇਅਰ। ਦੂਜੀ ਦਾ ਕੀ ਆਊਗਾ ਦੇਖੋ ਵਾਈ ਸਕੇਅਰ ਮਾਈਨਸ ਜ਼ੈਡ ਸਕੇਅਰ, ਫਿਰ ਪਲੱਸ ਦਾ ਸਾਈਨ ਹੈ। ਥਰਡ ਵਾਲੇ ਦਾ ਕੀ ਆਊਗਾ ਜ਼ੈਡ ਸਕੇਅਰ ਮਾਈਨਸ ਐਕਸ ਸਕੇਅਰ। ਲਾਈਕ ਟਰਮਸ ਨੂੰ ਨੇੜੇ ਲਿਖੋ। ਐਕਸ ਸਕੇਅਰ ਦੀ ਲਾਈਕ ਟਰਮ ਕਿਹੜੀ ਹੈ ਮਾਈਨਸ ਐਕਸ ਸਕੇਅਰ, ਠੀਕ ਹੈ। ਵਾਈ ਸਕੇਅਰ 1 ਮਿੰਟ ਮਾਈਨਸ 'ਚ ਸੀਗਾ ਸੈਕਿੰਡ ਵਾਲਾ ਵਾਈ ਸਕੇਅਰ, ਫਿਰ ਉਹਦੇ ਨਾਲ ਹੀ ਆ ਉਹਦੀ ਲਾਈਕ ਟਰਮ ਜ਼ੈਡ ਸਕੇਅਰ, ਨਾਲ ਹੀ ਉਹਦੀ ਲਾਈਕ ਟਰਮ। ਦੇਖੋ ਐਕਸ ਪੋਜ਼ੀਟਿਵ ਹੈ, ਐਕਸ ਨੈਗੇਟਿਵ ਹੈ, ਕੈਂਸਲ ਹੋ ਗਿਆ। ਵਾਈ ਨੈਗੇਟਿਵ ਵਾਈ ਪੋਜ਼ੀਟਿਵ ਕੈਂਸਲ। ਜ਼ੈਡ ਸਕੇਅਰ ਨੈਗੇਟਿਵ ਜ਼ੈਡ ਸਕੇਅਰ ਜਿਹੜਾ ਹੈ ਪੋਜ਼ੀਟਿਵ। ਸਕੇਅਰ ਸਕੇਅਰ 'ਚ ਸੀਗੇ ਸਾਰੀਆਂ ਰਕਮਾਂ, ਠੀਕ ਹੈ। ਇਹ ਆਪੋਜ਼ਿਟ ਸਾਈਨ ਸੀਗੇ ਤਾਂ ਇੱਕ ਦੂਜੇ ਨਾਲ ਕੈਂਸਲ ਹੋ ਗਏ। ਤਾਂ ਆਨਸਰ ਕਿੰਨਾ ਬਚੂਗਾ 0। ਕਿਹੜਾ ਆਪਸ਼ਨ ਨੰਬਰ ਏ। ਅਗਲਾ ਹੈ ਇਹਨਾਂ ਵਿੱਚੋਂ ਕਿਹੜਾ 1 ਦੇ ਬਰਾਬਰ ਹੈ। ਵਿਚ ਆਫ ਦਾ ਫੋਲੋਇੰਗ ਇਜ਼ ਇਕੁਅਲ ਟੂ 1। ਕਈ ਬੱਚੇ ਦੇਖੋ ਹੁਣ 2 ਦੀ 0 ਪਲੱਸ 3 ਦੀ 0 ਪਲੱਸ 4 ਦੀ 0 ਇਹਨੂੰ ਵੀ 1 ਲਿਖ ਦਿੰਦੇ ਨੇ। ਨਹੀਂ ਬੇਟਾ ਦੇਖੋ ਇਹਦਾ ਆਨਸਰ 1 ਆਊਗਾ। ਪਾਵਰ ਵਾਲੇ ਰੂਲ ਦੇ ਅਕੋਰਡਿੰਗ ਜੇ ਕਿਸੇ ਬੇਸ ਦੀ ਪਾਵਰ 0 ਹੈ ਤਾਂ ਉਹਦਾ ਆਨਸਰ 1 ਹੁੰਦਾ। ਇਹਦਾ ਵੀ ਆਨਸਰ 1 ਹੋਊਗਾ, ਇਹਦਾ ਵੀ ਆਨਸਰ 1 ਹੋ। ਕਿੰਨਾ ਆਨਸਰ ਆਊਗਾ 3। ਤਾਂ ਇਹ ਤਾਂ ਨਹੀਂ ਹੋ ਸਕਦਾ। ਸੈਕਿੰਡ ਦੇਖੋ 1 ਇੰਟੂ 1 ਇੰਟੂ 1, ਇਹਦਾ ਆਨਸਰ ਕਿੰਨਾ ਆਊਗਾ 1। ਹਾਂਜੀ ਆਪਾਂ ਨੂੰ ਆਪਸ਼ਨ ਮਿਲ ਚੁੱਕੀ ਹੈ, ਕਿਹੜੀ ਹੈ ਬੀ ਆਪਸ਼ਨ। ਅਗਲਾ ਕੁਐਸਚਨ ਹੈ -2/3 ਦੀ ਪਾਵਰ 4 ਦਾ ਮੁੱਲ ਕਿਸ ਦੇ ਬਰਾਬਰ ਹੈ। ਇਹਦੀ ਵੈਲਿਊ ਫਾਈਂਡ ਕਰਨੀ ਹੈ। ਤਾਂ ਇਹਦਾ ਮਤਲਬ ਇਹਨੂੰ ਕਿੰਨੀ ਵਾਰੀ ਲਿਖਣਾ ਹੈ ਜੀ 4 ਵਾਰੀ। ਜਿੰਨੀ ਵਾਰ ਪਾਵਰ ਹੁੰਦੀ ਹੈ ਆਪਾਂ ਉਨੀ ਵਾਰੀ ਹੀ ਲਿਖਦੇ ਹੁੰਦੇ ਹਾਂ। ਮਾਈਨਸ ਨਾਲ ਮਾਈਨਸ ਕੱਟ ਗਿਆ, ਮਾਈਨਸ ਨਾਲ ਮਾਈਨਸ ਕੱਟ ਗਿਆ। 2 ਦੂਣੀ 4, 4 ਦੂਣੀ 8, 8 ਦੂਣੀ 16, 3 ਤੀਏ 9, 9 ਤੀਆ 27, 27 ਤੀਆ 81। ਤਾਂ ਇਹਦਾ ਆਨਸਰ ਆਊਗਾ 16/81, ਆਪਸ਼ਨ ਨੰਬਰ ਏ। 30th ਕੁਐਸਚਨ ਦੇਖੋ ਪਾਵਰ ਜਿਹੜਾ ਬੇਸ ਹੈ ਬੇਟਾ ਬਰਾਬਰ ਹੈ, ਵਿਚਾਲੇ ਜਿਹੜੀ ਹੈ ਗੁਣਾ ਦੀ ਨਿਸ਼ਾਨੀ ਹੈ। ਤਾਂ ਇਹਨਾਂ 'ਚ ਕੀ ਹੋਊਗਾ ਪਾਵਰਸ ਪਲੱਸ ਹੋ ਜਾਣਗੀਆਂ ਤੇ ਬਰਾਬਰ ਹੈਗਾ -3 ਦੀ ਪਾਵਰ 7। -3 ਦੀ ਪਾਵਰ ਕਿੰਨਾ ਬਣ ਗਿਆ ਉਰੇ m + 6, 5 'ਚ 1 ਜੁੜ ਗਏ, -3 ਦੀ ਪਾਵਰ 7। ਹੁਣ ਕਿਹੜਾ ਰੂਲ ਲੱਗ ਗਿਆ ਆਧਾਰ ਬਰਾਬਰ ਨੇ ਵਿਚਾਲੇ ਵੀ ਬਰਾਬਰ ਦੀ ਨਿਸ਼ਾਨੀ ਹੈ। ਇਹ ਤਦ ਪੋਸੀਬਲ ਹੈ ਜਦੋਂ ਇਹਨਾਂ ਦੀਆਂ ਪਾਵਰਸ ਇਕੁਅਲ ਹੋਣਗੀਆਂ। ਤਾਂ m ਦੀ ਵੈਲਿਊ ਇੱਥੋਂ ਆਪਾਂ ਸੋਲਵ ਕਰ ਸਕਦੇ ਹਾਂ, ਇਕੁਏਸ਼ਨ ਹੀ ਸੋਲਵ ਕਰਨੀ ਹੈ। m ਦੀ ਵੈਲਿਊ ਕਿੰਨੀ ਆ ਗਈ 1, ਆਪਸ਼ਨ ਨੰਬਰ ਸੀ। ਇਹ ਵੈਸੇ ਵੀ ਇੰਪੋਰਟੈਂਟ ਕੁਐਸਚਨ ਹੈ। ਤੁਹਾਡੇ ਮਾਰਚ ਦੇ ਵਿੱਚ ਜਿਹੜੇ ਬੋਰਡ ਪੇਪਰਸ ਹੋਣਗੇ ਉਹਨਾਂ ਵਿੱਚ ਇਹ ਕੁਐਸਚਨਸ ਇਸ ਤਰ੍ਹਾਂ ਦੇ ਆਉਂਦੇ ਹੁੰਦੇ ਆ। ਅਗਲਾ ਦੇਖੋ ਕੁਐਸਚਨ 2 ਦੀ ਪਾਵਰ 4 ਦਿੱਤਾ ਹੋਇਆ, 4 ਦੀ ਪਾਵਰ 3 ਦਿੱਤਾ ਹੋਇਆ, ਬਰਾਬਰ 4 ਦੀ ਪਾਵਰ x ਹੈ। ਹੁਣ ਇੱਥੇ ਆਪਾਂ ਪਾਵਰ ਰੂਲ ਤਦ ਤੱਕ ਨਹੀਂ ਲਗਾ ਸਕਦੇ ਜਦ ਤੱਕ ਇਹਨਾਂ ਦੇ ਬੇਸ ਬਰਾਬਰ ਨਹੀਂ ਹੁੰਦੇ। ਤਾਂ ਪਹਿਲਾਂ ਇਹਨਾਂ ਦੇ ਬੇਸ ਇਕੁਅਲ ਕਰੋ। ਇਹਨੂੰ ਸਕੇਅਰ ਦੀ ਸਕੇਅਰ ਲਿਖ ਸਕਦੇ ਹਾਂ, ਯੈਸ। ਤਾਂ ਕਿੰਨਾ ਬਣ ਗਿਆ 4 ਦੀ ਪਾਵਰ 2। ਹੁਣ 4 4 ਜਿਹੜਾ ਹੈ ਬੇਸ ਬਰਾਬਰ ਹੈ, ਵਿਚਾਲੇ ਗੁਣਾ ਦੀ ਨਿਸ਼ਾਨੀ ਹੈ ਤਾਂ ਪਾਵਰਾਂ ਕੀ ਹੋ ਜਾਣਗੀਆਂ ਪਲੱਸ। 3 ਤੇ 2 ਕਿੰਨੇ ਬਣ ਗਏ ਬੇਟਾ 5। ਹੁਣ ਬੇਸ ਬਰਾਬਰ ਨੇ, ਵਿਚਾਲੇ ਵੀ ਬਰਾਬਰ ਦੀ ਨਿਸ਼ਾਨੀ ਹੈ। ਕਦੋਂ ਹੋਊਗਾ ਜਦੋਂ ਪਾਵਰਾਂ ਵੀ ਬਰਾਬਰ ਹੋਣਗੀਆਂ। ਤਾਂ x ਦਾ ਆਨਸਰ ਕਿੰਨਾ ਆਊਗਾ ਬੇਟਾ ਆਪਣੇ ਕੋਲੇ 5। ਠੀਕ ਹੈ ਜੀ, ਸੌਖਾ ਕੁਐਸਚਨ ਸੀ। ਸਿਰਫ ਸਟਾਰਟਿੰਗ ਦੇ ਵਿੱਚ ਤੁਸੀਂ ਧਿਆਨ ਦੇਣਾ ਹੈ ਕਿ ਇਹਨਾਂ ਦੇ ਬੇਸ ਇਕੁਅਲ ਕਰਨੇ ਨੇ। 2 ਦੀ ਪਾਵਰ 4 ਸੀ ਤਾਂ ਉਹਨੂੰ ਮੈਂ 2 ਦੀ ਪਾਵਰ 2 ਦੇ ਉੱਪਰ ਫਿਰ 2 ਪਾਤਾ। ਠੀਕ ਹੈ, ਬਣਾਉਣਾ ਤਾਂ ਆਪਾਂ 4 ਪਾਵਰ ਹੀ ਸੀ ਨਾ, ਤਾਂ ਉਹ ਬੇਸ 4 ਬਣ ਗਿਆ। ਆਪਣਾ ਜਿਹੜਾ ਸਮ ਸੀ ਉਹ ਸੌਖਾ ਹੋ ਗਿਆ। ਅਗਲਾ ਕੁਐਸਚਨ ਬਿਲਕੁਲ ਸਿੰਪਲ ਕੁਐਸਚਨ ਹੈ। ਇਹਨਾਂ ਵਿੱਚੋਂ ਕਿਹੜਾ ਇਸ ਦੇ ਬਰਾਬਰ ਹੈ। ਵਿਚ ਆਫ ਦਾ ਫੋਲੋਇੰਗ ਇਜ਼ ਇਕੁਅਲ। ਦੇਖੋ ਜੀ ਆਧਾਰ ਬਰਾਬਰ ਹੈ, ਵਿਚਾਲੇ ਗੁਣਾ ਹੈ, ਤਾਂ ਪਾਵਰਾਂ ਨੂੰ ਕੀ ਕਰਨਾ ਤੁਸੀਂ ਪਲੱਸ। ਦੇਖੋ ਜਿਵੇਂ ਪਾਵਰ ਸੀ ਮੈਂ ਉਵੇਂ ਹੀ ਲਿਖੀ ਆ, ਵਿਚਾਲੇ ਪਲੱਸ ਦੀ ਨਿਸ਼ਾਨੀ ਪਾਤੀ। ਪਲੱਸ ਤੇ ਮਾਈਨਸ 2 ਨਿਸ਼ਾਨੀਆਂ ਆ ਗਈਆਂ, ਮਲਟੀਪਲਾਈ ਕਰੋਗੇ ਕੀ ਬਚੂਗਾ ਮਾਈਨਸ। ਤਾਂ 5 ਦੀ ਪਾਵਰ ਕਿੰਨੀ ਆਊਗੀ 8 - 3। ਕਿੱਥੇ ਲਿਖਿਆ ਹੋਇਆ ਸੈਕਿੰਡ ਆਪਸ਼ਨ। ਕਲੀਅਰ ਹੋ ਗਿਆ ਜੀ ਤੁਹਾਨੂੰ ਸਾਰਿਆਂ ਨੂੰ। ਹੁਣ ਇਹ ਦੇਖੋ ਮਲਟੀਪਲਾਈ 'ਚ ਨਹੀਂ ਹੋ ਸਕਦਾ, ਪਹਿਲੀ ਗਿਵਨ ਪਾਵਰ ਨੈਗੇਟਿਵ ਨਹੀਂ ਹੋ ਸਕਦੀ, ਦੋਨੇ ਪਲੱਸ ਨਹੀਂ ਐਵੇਂ ਲਿਖੇ ਜਾ ਸਕਦੇ ਕਿਉਂਕਿ ਆਪਣੀ ਇੱਕ ਨਿਸ਼ਾਨੀ ਮਾਈਨਸ ਦੀ ਹੈ। ਅਗਲੇ 'ਚ ਉਹਨੇ ਪੁੱਛਿਆ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਸੱਚ ਨਹੀਂ ਹੈ। ਤਾਂ ਸਾਰੇ ਹੀ ਸੋਲਵ ਕਰਕੇ ਦੇਖਣੇ ਪੈਣਗੇ। 3 ਦੀ ਪਾਵਰ 3 ਦੇ ਉੱਪਰ 1 ਪਾਵਰ ਹੈ, ਤਾਂ 3 ਏਕਮ 3 ਹੀ ਹੁੰਦਾ ਹੈ। ਹਾਂਜੀ ਇਹ ਸਹੀ ਹੈ।
3 ਦੀ ਪਾਵਰ 1 ਫਿਰ ਉਹਦੀ ਪਾਵਰ -1 ਹੈ। ਜਦੋਂ ਆਪਾਂ 1 ਨੂੰ -1 ਨਾਲ ਗੁਣਾ ਕਰਾਂਗੇ ਤਾਂ ਮਾਈਨਸ ਦਾ 1 ਆਊਗਾ। ਹਾਂਜੀ, ਇਹਦੇ ਬਰਾਬਰ ਹੈ। 3 ਦੀ ਪਾਵਰ 2 ਹੈ ਅਤੇ ਉੱਪਰ ਪਾਵਰ 4 ਹੈ, ਤਾਂ ਕਿੰਨਾ ਬਣ ਗਿਆ? 3 ਦੀ ਪਾਵਰ 8। ਨਹੀਂ ਜੀ, ਇਹ 3 ਦੀ ਪਾਵਰ 6 ਦੇ ਬਰਾਬਰ ਨਹੀਂ ਆਇਆ। ਤਾਂ ਕਿਹੜੀ ਆਪਸ਼ਨ ਸਹੀ ਨਹੀਂ ਹੈ? ਸੀ ਆਪਸ਼ਨ। ਡੀ ਵੀ ਚੈੱਕ ਕਰ ਲਓ। ਮਾਈਨਸ ਦੇ 1 ਦੇ ਉੱਪਰ ਮਾਈਨਸ ਦੀ 5 ਪਾਵਰ ਹੈ, ਜਦੋਂ ਗੁਣਾ ਕਰਾਂਗੇ ਮਾਈਨਸ ਮਾਈਨਸ ਕੱਟ ਜਾਣਗੇ, ਪਾਵਰ ਕਾਹਦੀ ਰਹਿ ਜੂਗੀ? ਪਲੱਸ ਦੀ। ਤਾਂ ਕਿਹੜਾ ਜਿਹੜਾ ਟਰੂ ਨਹੀਂ ਹੈ? ਥਰਡ। ਅਗਲੇ ਦੇ ਵਿੱਚ ਆਪਾਂ ਸਿੰਪਲ ਫੈਕਟਰਾਈਜੇਸ਼ਨ ਕਰਨੀ ਹੈ, ਗੁਣਨਖੰਡ ਬਣਾਉਣੇ ਨੇ x ਸਕੇਅਰ -9। ਦੋ ਹੀ ਰਕਮਾਂ ਨੇ, ਆਪਾਂ ਨੂੰ ਪਤਾ ਲੱਗ ਰਿਹਾ ਕਿ ਇਹ a ਸਕੇਅਰ -b ਸਕੇਅਰ ਵਾਲੀ ਆਈਡੈਂਟਿਟੀ ਹੋ ਸਕਦੀ ਹੈ। ਪਹਿਲਾਂ ਆਪਾਂ ਦੇਖਦੇ ਹਾਂ ਵੀ ਇਹ ਸਕੇਅਰ ਬਣਦੇ ਨੇ। ਹਾਂਜੀ, 9 3 ਦਾ ਸਕੇਅਰ ਬਣਦਾ। ਹਾਂਜੀ, ਇਹ ਇਸ ਤਰ੍ਹਾਂ ਦੀ ਹੀ ਆਈਡੈਂਟਿਟੀ ਹੈ। ਤਾਂ ਪਹਿਲਾ ਸਟੈਪ ਕੀ ਹੈ ਬੇਟਾ? ਦੇਖੋ, ਜਿਹੜੀ ਤੁਹਾਨੂੰ ਦੋ ਰਕਮਾਂ ਪਤਾ ਨੇ ਉਹ ਹੋਲ ਸਕੇਅਰ ਬਣਦੀਆਂ ਨੇ। ਜੇ ਬਣਦੀਆਂ ਨੇ ਫਿਰ ਇਹ ਕਿਸ ਤਰ੍ਹਾਂ ਆਈਡੈਂਟਿਟੀ ਖੁੱਲ੍ਹਦੀ ਹੁੰਦੀ ਹੈ? a - b a + b। ਤਾਂ ਇੱਥੇ ਆ ਜਾਊਗਾ x - 3 x + 3। ਕਲੀਅਰ ਹੈ ਬੇਟਾ? ਤਾਂ ਇਹ ਦੇਖੋ ਕਿੱਥੇ ਆਪਸ਼ਨ ਹੈ? ਥਰਡ ਆਪਸ਼ਨ। ਅਗਲਾ ਕੁਐਸਚਨ ਵੀ ਫੈਕਟਰਾਈਜੇਸ਼ਨ ਹੀ ਕਰਨੀ ਹੈ ਆਪਾਂ ਨੇ। ਚੈੱਕ ਕਰੋ ਪਹਿਲਾਂ ਵੀ ਜਿਹੜੀ ਸਕੇਅਰ ਵਾਲੀ ਰਕਮ ਹੈ ਅਤੇ ਜਿਹੜੀ ਬਿਨਾਂ XY ਵਾਲੀ ਰਕਮ ਹੈ, ਬਿਨਾਂ ਵੇਰੀਏਬਲ ਵਾਲੀ ਰਕਮ ਹੈ, ਉਹ ਸਕੇਅਰ ਬਣਦੀਆਂ ਨੇ। 4y ਦਾ ਸਕੇਅਰ, ਇਹਨੂੰ ਆਪਾਂ 2y ਦਾ ਹੋਲ ਸਕੇਅਰ ਲਿਖ ਸਕਦੇ ਹਾਂ। ਯੈਸ। 9 ਹੈ, 9 ਨੂੰ ਆਪਾਂ 3 ਦਾ ਸਕੇਅਰ ਲਿਖ ਸਕਦੇ ਹਾਂ। ਹਾਂਜੀ, ਤਾਂ ਇਹਦੇ ਵਿੱਚ ਆਈਡੈਂਟਿਟੀ ਹੀ ਲੱਗਣੀ ਹੈ ਬੇਟਾ। ਸੈਂਟਰ ਵਾਲੀ ਰਕਮ ਕਾਹਦੀ ਹੈ? ਮਾਈਨਸ ਦੀ ਹੈ, ਤਾਂ ਆਪਾਂ ਵੀ ਮਾਈਨਸ ਹੀ ਪਾਵਾਂਗੇ। 2 × ਫਸਟ × ਸੈਕਿੰਡ, ਇਹ ਆਪਣੇ ਵੱਲੋਂ ਲਿਖਣਾ ਹੁੰਦਾ, ਤੁਸੀਂ ਸਿਰਫ ਪਛਾਣਨਾ ਹੈ। ਇੱਕ ਮਿੰਟ ਮੈਂ ਦੁਬਾਰਾ ਦੱਸਾਂ। ਆਪਣੇ ਕੋਲ ਰਕਮ ਸੀ ਦਿਸ ਵਨ, ਆਪਾਂ ਪਹਿਚਾਣ ਲਿਆ ਕਿ ਦਿਸ ਵਨ ਐਂਡ ਦਿਸ ਵਨ ਜਿਹੜੇ ਨੇ ਪਰਫੈਕਟ ਸਕੇਅਰ ਨੇ। ਉਸ ਤੋਂ ਬਾਅਦ ਸੈਂਟਰ ਵਾਲੀ ਰਕਮ ਨੂੰ ਨਹੀਂ ਦੇਖਣਾ, ਤੁਸੀਂ ਸਿਰਫ ਆਹ ਨੈਗੇਟਿਵ ਸਾਈਨ ਦੇਖਣਾ ਜਾਂ ਪੋਜ਼ੀਟਿਵ ਜਾਂ ਨੈਗੇਟਿਵ ਜੋ ਵੀ ਇੱਥੇ ਲਿਖਿਆ ਤੁਸੀਂ ਆਪਣੇ ਫਾਰਮੂਲੇ 'ਚ ਲਿਖਣਾ। 2 ਲਿਖਣਾ, ਫਿਰ ਮਲਟੀਪਲਾਈ ਜੋ ਫਸਟ ਟਰਮ ਲਿਖੀ ਹੈ, ਜੋ ਸੈਕਿੰਡ ਟਰਮ ਲਿਖੀ ਹੈ, ਮਤਲਬ ਇਹ ਕਿਹਦਾ ਸਕੇਅਰ ਬਣਦੇ ਨੇ ਉਹ ਲਿਖਣੇ ਆ। ਹੁਣ ਇਹਨੂੰ ਇੱਕ ਵਾਰ ਚੈੱਕ ਕਰ ਲਓ ਵੀ 3 ਦੂਣੀ 6 6 ਦੂਣੀ 12 ਵਾਈ ਹੀ ਬਣਦਾ ਨਾ। ਯੈਸ। ਤਾਂ ਆਪਾਂ ਕੀ ਕਰਿਆ ਬੇਟਾ? ਦੁਬਾਰਾ ਦੇਖੋ, ਇਹਨੂੰ ਇਹਦਾ ਸਕੇਅਰ ਲਿਖਿਆ, ਇਹਨੂੰ 2 × ਫਸਟ × ਸੈਕਿੰਡ ਲਿਖਿਆ ਸੀ। ਹੁਣ ਇਹ ਆਈਡੈਂਟਿਟੀ ਕਿਹਦੇ ਨਾਲ ਆਪਾਂ ਕੰਪੇਅਰ ਕਰਨੀ ਹੈ? ਇਸ ਆਈਡੈਂਟਿਟੀ ਨਾਲ। ਠੀਕ, ਇਹ ਜੀ ਬਣ ਰਹੀ ਹੈ ਨਾ। ਤਾਂ ਇਹ ਕਿਹੜੀ ਹੁੰਦੀ ਆਈਡੈਂਟਿਟੀ ਬੇਟਾ? a - b ਦਾ ਸਕੇਅਰ। ਫਿਰ ਆਪਣੀ ਕਿਹੜੀ ਬਣੂਗੀ? 2y - 3 ਦਾ ਸਕੇਅਰ। ਤਾਂ ਕਿਹੜੀ ਆਈਡੈਂਟਿਟੀ ਦੇਖੋ? ਇਹ ਹੈਗੀ ਹੈ ਸੈਕਿੰਡ ਵਨ, 2y - 3 ਦਾ ਸਕੇਅਰ। ਅਗਲਾ ਜਿਹੜਾ ਕੁਐਸਚਨ ਹੈ ਬੱਚੇ, ਉਹ ਹੈਗਾ m ਸਕੇਅਰ -256। ਹੁਣ m ਕਿਹਦਾ ਸਕੇਅਰ ਬਣਦਾ? m ਸਕੇਅਰ m ਦਾ ਹੀ ਸਕੇਅਰ ਹੈ। 256 ਕਿਹਦਾ ਸਕੇਅਰ ਬਣਦਾ? 16 ਦਾ। ਤਾਂ ਇੱਥੇ ਆਪਣੇ ਕੋਲ ਬਣਨਗੇ m - 16 ਅਤੇ m + 16। ਤਾਂ ਆਪਣੇ ਕੋਲ ਇਹ ਵੀ ਨਹੀਂ ਆਈਡੈਂਟਿਟੀ ਹੋ ਸਕਦੀ, ਇਹ ਵੀ ਨਹੀਂ ਹੋ ਸਕਦੀ। m - 4 m + 4 ਵੀ ਨਹੀਂ ਹੋ ਸਕਦੀ, ਹੈ ਨਾ। ਤਾਂ ਇਹਦਾ ਮਤਲਬ ਇੱਥੇ ਆਊਗਾ ਨਨ ਆਫ ਦੀਜ਼, ਇਹਨਾਂ ਵਿੱਚੋਂ ਕੋਈ ਨਹੀਂ। ਕਲੀਅਰ ਹੋ ਗਿਆ ਬੱਚੇ? ਨੈਕਸਟ, ਗੁਣਨਖੰਡ ਹੀ ਬਣਾਉਣੇ ਆ ਪਰ ਇਹ ਕੋਈ ਆਈਡੈਂਟਿਟੀ ਨਹੀਂ ਬਣ ਰਹੀ, ਇਹਦੇ ਵਿੱਚੋਂ ਕਾਮਨ ਹੀ ਕੱਢਣਾ ਪਏਗਾ। 28 ਦੇ ਟੋਟੇ ਬਣਾਓ ਪਹਿਲਾਂ। 2 ਦੂਣੀ 4, 4 7 28। ਠੀਕ ਹੈ ਜੀ। ਅਗਲੀ ਰਕਮ ਹੈ 42, 7 6 42 ਹੁੰਦਾ। ਤਾਂ ਕਾਮਨ ਕੀ ਆ ਰਿਹਾ? ਇੱਕ ਮਿੰਟ, ਗਲਤ ਲਿਖਤਾ। ਠੀਕ ਹੈ ਜੀ। ਤਾਂ ਕਾਮਨ ਕੀ ਆ ਰਿਹਾ? ਇੱਕ ਤਾਂ 7, ਇੱਕ ਆਪਣੇ ਕੋਲ ਕਾਮਨ ਆ ਰਿਹਾ 2। ਤਾਂ 7 × 2 = 14 ਜਿਹੜਾ ਹੈ ਕਾਮਨ ਆ ਰਿਹਾ। ਮੈਨੂੰ ਇੱਕ ਮਿੰਟ ਬੋਲਡ ਕਰਕੇ ਲਿਖਦੀ ਹਾਂ ਤਾਂ ਕਿ ਤੁਹਾਨੂੰ ਦਿਖੇ। ਹਾਂਜੀ, 28 ਅਤੇ 42 ਇਹਨਾਂ ਦੇ ਵਿੱਚੋਂ ਆਪਾਂ 14 ਕਾਮਨ ਕੱਢ ਲਿਆ। ਹੁਣ A ਅਤੇ B'ਆਂ 'ਚੋਂ ਵੀ ਕਾਮਨ ਆ ਰਿਹਾ। ਇਹਦੇ ਕੋਲ 3 A's ਨੇ, ਇਹਦੇ ਕੋਲ 5 A ਨੇ। ਤਾਂ 3 A'ਆਂ ਤਾਂ ਕਾਮਨ ਆਉਣਗੀਆਂ ਹੀ ਨਾ। 5 B'ਆਂ ਨੇ, 3 B'ਆਂ ਨੇ, ਤਾਂ 3 B'ਆਂ ਤਾਂ ਕਾਮਨ ਆਉਣਗੀਆਂ ਹੀ ਨਾ। ਕਿੱਦਾਂ ਬੇਟਾ? ਦੇਖੋ, ਵਾਰੀ ਵਾਰੀ ਆਏ ਆਪਾਂ ਬੱਚਿਆਂ ਵਾਂਗੂ ਖੋਲ੍ਹ ਖੋਲ੍ਹ ਕੇ ਲਿਖਾਂਗੇ ਰਕਮ ਨੂੰ, ਫਿਰ ਬਹੁਤ ਟਾਈਮ ਲੱਗ ਜਾਏਗਾ ਨਾ। ਤਾਂ ਥੋੜ੍ਹਾ ਅੰਦਾਜ਼ਾ ਲਗਾਇਆ ਕਰੋ। ਜੇ 3 ਅਤੇ 5 ਨੇ ਤਾਂ 3 ਤਾਂ ਦੋਨਾਂ ਕੋਲ ਕਾਮਨ ਹੈਗੀਆਂ ਹੀ ਨੇ। ਤਾਂ ਹੁਣ ਇੱਥੇ ਦੇਖੋ, 14 ਆਪਾਂ ਇਹਦੇ ਕੋਲੋਂ ਕਾਮਨ ਕੱਢ ਲਿਆ ਸੀ 28 ਕੋਲੋਂ। ਕੀ ਬਣਾਏ ਸੀ ਫੈਕਟਰ? ਇੱਦਾਂ। ਤਾਂ ਇਹ ਕਾਮਨ ਕੱਢ ਲਿਆ ਸੀ, ਬਚਿਆ ਕੀ? 2।
ए ਦੀ 3 ਕਾਮਨ ਨਿਕਲ ਚੁੱਕਿਆ, B ਦੀ 3 ਕਾਮਨ ਨਿਕਲ ਚੁੱਕਿਆ, ਤਾਂ ਇੱਥੇ ਕਿੰਨੀਆਂ ਰਹਿ ਗਈਆਂ ਬੀਆਂ 2। ਅੱਗੇ ਆਪਾਂ ਨੇ 14 ਕਾਮਨ ਕੱਢਿਆ ਸੀ, 42 ਦੇ ਕੀ ਬਣਾਏ ਸੀ, ਦੇਖੋ ਜੀ ਕੀ ਬਚਿਆ ਸੀ 3। A ਦੀ ਕਿੰਨੀ ਬਚੂਗੀ ਪਾਵਰ 2, ਕਿਉਂਕਿ 3 ਤਾਂ ਆਪਾਂ ਬਾਹਰ ਕੱਢ ਚੁੱਕੇ। ਹੁਣ ਇਸ ਤਰ੍ਹਾਂ ਦੀ ਆਪਸ਼ਨ ਦੇਖੋ ਕਿੱਥੇ ਲਿਖੀ ਹੋਈ ਹੈ। ਇਹ ਹੈਗਾ ਦੇਖੋ ਬੇਟਾ ਆਪਸ਼ਨ ਨੰਬਰ A ਦੇ ਵਿੱਚ 14 A ਦੀ 3 B ਦੀ 3 2 B ਸਕੁਅਰ ਤੇ -3 A ਸਕੁਅਰ। ਕਲੀਅਰ ਹੋ ਗਿਆ ਜੀ। ਨੈਕਸਟ ਆਪਣਾ 16ਵੇਂ ਚੈਪਟਰ 'ਚੋਂ ਕੁਐਸਚਨ ਆ ਗਿਆ। ਇਹ ਆਪਾਂ ਕਿੰਨੀਆਂ ਵਰਕਸ਼ੀਟਸ ਦੇ ਵਿੱਚ ਕਰ ਚੁੱਕੇ ਹਾਂ। x27 ਇਹਨੂੰ 9 ਨਾਲ ਵੰਡਿਆ ਜਾ ਸਕਦਾ, ਡਿਵੀਜ਼ੀਬਲ ਬਾਏ 9 ਹੈ, ਤਾਂ ਕਹਿੰਦੇ ਵੈਲਿਊ ਆਫ x ਫਾਈਂਡ ਕਰੋ। ਤਾਂ 9 ਨਾਲ ਡਿਵੀਜ਼ੀਬਿਲਿਟੀ ਚੈੱਕ ਕਿਵੇਂ ਕਰਦੇ ਹੁੰਦੇ ਆਪਾਂ, ਅੰਕਾਂ ਨੂੰ ਜੋੜ ਕੇ। ਤਾਂ 9 + x ਬਣ ਗਿਆ। ਸਭ ਤੋਂ ਪਹਿਲਾਂ 9 ਦਾ ਗੁਣਜ ਕਿਹੜਾ ਜੀ 9, ਤਾਂ x ਕਿੰਨਾ ਆਊਗਾ 9 - 9 = 0। ਤਾਂ 0 ਤਾਂ ਆਪਸ਼ਨਾਂ 'ਚ ਹੈ ਨਹੀਂ। ਨੈਕਸਟ ਦੇਖੋ ਜੀ 9 ਦਾ ਗੁਣਜ ਕਿਹੜਾ ਹੁੰਦਾ 18, ਤਾਂ x ਕਿਹਦੇ ਬਰਾਬਰ ਆ ਗਿਆ 18 - 9, ਯਾਨੀ ਕਿ x ਦੀ ਵੈਲਿਊ ਆ ਗਈ ਆਪਣੇ ਕੋਲੇ 9। ਤਾਂ 0 ਆਪਸ਼ਨ ਹੈ ਨਹੀਂ ਸੀ, 9 ਆਪਸ਼ਨ ਹੈਗੀ, ਆਪਾਂ ਨੂੰ ਟਿਕ ਕਰ ਦਾਂਗੇ। ਕਲੀਅਰ ਬੱਚੇ। ਲਾਸਟ 2 ਸਵਾਲ ਰਹਿ ਗਏ। ਇਹ ਤਾਂ ਸਧਾਰਨ ਰੂਪ ਲਿਖਣਾ, ਯੂਜੂਅਲ ਫਾਰਮ ਕਿਸ ਤਰ੍ਹਾਂ, ਜਿਵੇਂ ਆਪਾਂ ਇਕਾਈ, ਦਹਾਈ, ਸੈਂਕੜਾ ਨਹੀਂ ਕਰਦੇ ਹੁੰਦੇ ਉਸ ਢੰਗ ਨਾਲ। ਹੁਣ ਸੈਂਕੜੇ ਵਾਲੇ ਸਥਾਨ 'ਤੇ ਕਿੰਨਾ B, ਦਹਾਈ ਵਾਲੇ ਸਥਾਨ 'ਤੇ ਕਿੰਨਾ C, ਇਕਾਈ ਵਾਲੇ ਸਥਾਨ 'ਤੇ ਕਿੰਨਾ A, ਤਾਂ ਆਪਣਾ ਆਨਸਰ ਕਿੰਨਾ ਆ ਗਿਆ BCA। ਦੇਖੋ ਜੇ ਆਪਾਂ 723 ਲਿਖਦੇ ਹਾਂ ਤਾਂ ਉਹਦਾ ਵਿਸਤ੍ਰਿਤ ਰੂਪ ਕੀ ਲਿਖਾਂਗੇ 7 × 100, 2 × 10, 3 × 1। ਸੇਮ ਉਹੀ ਗੱਲ ਇੱਥੇ ਲਿਖੀ ਹੋਈ ਹੈ, ਸਿਰਫ ਉਹਦਾ ਵਿਸਤ੍ਰਿਤ ਰੂਪ ਲਿਖਿਆ ਹੋਇਆ ਸੀ, ਉਹਨੂੰ ਇਕੱਠਾ ਕਰਨਾ ਸੀ। ਲਾਸਟ ਦੇ ਵਿੱਚ ਆਪਣਾ A ਦੀ ਵੈਲਿਊ ਫਾਈਂਡ ਕਰਨੀ ਹੈ। 1A ਗੁਣਾ ਵੀ A ਨਾਲ ਹੀ ਹੋ ਰਹੀ ਹੈ ਅਤੇ ਆਨਸਰ A 9 ਆ ਰਿਹਾ। ਆਪਸ਼ਨਾਂ ਦੇ ਵਿੱਚੋਂ ਹੀ ਚੈੱਕ ਕਰੋ। ਜੇ ਪਹਿਲੀ ਆਪਸ਼ਨ 1 ਭਰਦੇ ਹਾਂ ਤਾਂ ਇਹ 1 1 ਆ ਜਾਂਦਾ, ਇੱਥੇ 9 ਨਹੀਂ ਨਾ ਆਇਆ, ਇਹ 1 ਨਹੀਂ ਹੋ ਸਕਦਾ। 2 ਭਰੋ, 2 ਦੂਣੀ 4, 1 ਦੂਣੀ 2, ਇੱਥੇ 9 ਨਹੀਂ ਆਇਆ, ਇਹ ਵੀ ਆਪਸ਼ਨ ਨਹੀਂ ਹੋ ਸਕਦੀ। 3 ਭਰੋ, 3 ਤੀਏ 9, 1 ਤੀਆ 30, ਹਾਂਜੀ ਇਹ ਬਰਾਬਰ ਆ ਰਹੇ ਨੇ ਅਤੇ ਇੱਥੇ 9 ਵੀ ਆ ਰਿਹਾ, ਤਾਂ ਕਿਹੜੀ ਆਪਸ਼ਨ ਸਹੀ ਹੋਊਗੀ 3। ਤਾਂ ਇਹ ਸੀ ਬੇਟਾ ਆਪਣੇ ਮਾਡਲ ਟੈਸਟ ਪੇਪਰ ਨੰਬਰ 2 ਦੇ 40 ਦੇ 40 ਕੁਐਸਚਨਸ। ਧਿਆਨ ਨਾਲ ਸਾਰੀ ਵੀਡੀਓ ਨੂੰ ਦੇਖ ਲਿਓ, ਪਸੰਦ ਆਉਂਦੀ ਹੈ ਆਪਣੇ 8th ਦੇ ਹੋਰ ਸਟੂਡੈਂਟਸ ਨਾਲ, ਹੋਰ ਸ਼ਹਿਰਾਂ ਦੇ ਵਿੱਚ ਤੁਹਾਡੇ ਸਟੂਡੈਂਟਸ ਦੋਸਤ ਨੇ 8th ਦੇ, ਤਾਂ ਉਹਨਾਂ ਨੂੰ ਵੀ ਸ਼ੇਅਰ ਕਰ ਦਿਆ ਕਰੋ। ਠੀਕ ਹੈ ਬੇਟਾ, ਕਿਉਂਕਿ ਆਪਾਂ ਜਿੰਨੇ ਸ਼ੇਅਰਿੰਗ ਕਰਾਂਗੇ ਵਿੱਦਿਆ ਨੂੰ, ਜਿੰਨਾ ਇੱਕ ਦੂਜੇ ਨਾਲ ਸ਼ੇਅਰ ਕਰਾਂਗੇ, ਵਿੱਦਿਆ ਮਤਲਬ ਐਜੂਕੇਸ਼ਨ, ਤਾਂ ਤੁਹਾਡੇ ਦਿਮਾਗ ਦੇ ਵਿੱਚ ਵੀ ਓਨੀ ਹੀ ਐਜੂਕੇਸ਼ਨ ਵਧੇਗੀ। ਸਮਝਾਇਆ ਵੀ ਕਰੋ ਆਪਣੇ ਨਾਲ ਦੇ ਫਰੈਂਡਸ ਨੂੰ। ਠੀਕ ਹੈ ਜੀ, ਬਾਏ ਬੱਚੇ।